ਹਾਂਜੀ ਨਿਜਲ ਸਾਹਿਬ। ਆਪਾਂ ਅੱਜ 1373 ਅੰਗ ਤੋਂ ਜਿਹੜਾ ਹੈਗੇ ਕਬੀਰ ਜੀ ਦੇ ਜਿਹੜੇ ਸ਼ਲੋਕ ਚੱਲ ਰਹੇ ਆ ਉਹ ਲੈ ਰਹੇ ਆ ਜੀ। 170ਵਾਂ ਸ਼ਲੋਕ ਲੈਣਾ ਹੈ 170 ਔਰ ਅੰਗ ਹੈਗੇ 1373। कबीर पाल समूहा सरवर परा, पी ना सके कोई नीर, भाग बड़े तैं पायो तू भर भर पियो कबीर। कमाल की गल कर रहे कबीर जी। ਕਹਿੰਦੇ ਸਰੋਵਰ ਜਿਹੜਾ ਹੈਗਾ ਨਕਾ ਨਕ ਭਰਿਆ ਪਿਆ ਆ। ਪਾਲ ਕਹਿੰਦੇ ਕੰਧਾਂ ਪੂਰੀਆਂ ਉੱਪਰ ਤੱਕ ਭਰਿਆ ਪਿਆ ਆ। ਔਰ ਪੀ ਨਾ ਸਕੇ ਕੋਈ ਨੀਰ, ਉਹਦੇ ਵਿੱਚੋਂ ਕੋਈ ਨੀਰ ਪੀਂਦਾ ਹੀ ਨਹੀਂ। ਉਹ ਸਰੋਵਰ ਤੋਂ ਕੋਈ ਪਾਣੀ, ਉਹ ਸਰੋਵਰ ਦੇ ਕੰਢੇ ਤੇ ਕੋਈ ਜਾਂਦਾ ਹੀ ਨਹੀਂ ਹੈ। ਉਹ ਅੰਮ੍ਰਿਤ ਦਾ ਸਰੋਵਰ ਹਰੇਕ ਦੇ ਅੰਦਰ, ਮਨੁੱਖ ਜੀ ਜਾਮੇ ਦੇ ਵਿੱਚ ਹਰੇਕ ਦੇ ਅੰਦਰ ਸਰੋਵਰ ਪਾਣੀ ਅੰਮ੍ਰਿਤ ਪੀਣ ਦਾ ਜਿਹੜਾ ਹਰੇਕ ਨੂੰ ਚਾਂਸ ਹੈਗਾ। ਭਾਈ ਕੋਈ ਵੀ ਜਿਹੜਾ ਹੈਗਾ ਕਹਿੰਦੇ ਉਸ ਅੰਮ੍ਰਿਤ ਤੱਕ ਜਿਹੜਾ ਹੈਗਾ ਪਹੁੰਚਦਾ ਹੀ ਨਹੀਂ ਕੋਈ। ਆਤਮਾ ਵੱਲ ਨੂੰ ਗਤੀ ਨਹੀਂ ਕਰਦਾ। ਆਤਮਾ ਵੱਲ ਨੂੰ ਗਤੀ ਕਰੇ ਤੇ ਅੰਮ੍ਰਿਤ ਮਿਲੇ। ਪਾਲ ਕਬੀਰ ਪਾਲ ਸਮੂਹਾ, ਕੰਧਾਂ ਤੱਕ ਭਰਿਆ ਪਿਆ ਪੂਰਾ ਸਾਰਾ। ਸਰਵਰ ਭਰਾ, ਸਰਵਰ ਕਹਿੰਦੇ ਸਰੋਵਰ ਭਰਾ, ਪੀ ਨਾ ਸਕੇ ਕੋਈ ਨੀਰ। ਭਾਗ ਬੜੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ। ਤੇਰੇ ਭਾਗ, ਤੇਰੀ ਕਿਸਮਤ ਚੰਗੀ ਆ ਕਬੀਰ। ਤੂੰ ਜਿਹੜਾ ਹੈਗਾ ਪਹੁੰਚ ਗਿਆ, ਤੂੰ ਪੀ ਜਾ ਬਸ। ਤੂੰ ਤਾਂ ਪੀ ਰਿਹਾ ਭਰ ਭਰ ਕੇ। ਔਰ ਕਬੀਰ ਜੀ ਦੇਖੋ ਆਪਾਂ ਨੂੰ ਦੱਸ ਰਹੇ ਆ ਆਪਾਂ ਕਿਉਂ ਨਹੀਂ ਪੀ ਰਹੇ। ਕਿਉਂਕਿ ਇਹ ਜਿਹੜਾ ਸਰੋਵਰ ਹੈਗਾ ਬਿਖ ਛੇਦ ਛੇਦ ਰਸ ਪੀਜੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਜਿਹੜੇ ਪੱਥਰ ਜਿਹੜੇ ਆ ਇਹਦੇ ਉੱਤੇ ਜਕੜੇ ਹੋਏ ਆ, ਪੱਥਰ ਉੱਤੇ ਪਏ ਆ। ਪੱਥਰ ਹਟਾਵਾਂਗੇ ਤਾਂ ਜਿਹੜਾ ਹੈਗਾ ਉਹ ਝਰਨਾ ਵਗੂਗਾ। ਬਸ ਆਹ ਜਿਹੜਾ ਕਬੀਰ ਜੀ ਆਪਾਂ ਨੂੰ ਨੁਕਤਾ ਦੇ ਰਹੇ ਭਾਈ। ਆਪਾਂ ਜਿਹੜੇ ਹੈਗੇ ਆਪਾਂ ਕਹਿੰਦੇ ਪੱਥਰ ਚਾਹੀਦੇ ਆ ਸਾਨੂੰ। ਦੁਨੀਆ ਦੇ ਜੋ ਰਸ ਹੈਗੇ, ਦੁਨੀਆ ਦੇ ਜੋ ਪਦਾਰਥ ਹੈਗੇ, ਜੋ ਦੁਨੀਆ ਦੇ ਜਿਹੜੇ ਇਹ ਮੋਹ ਦਾ ਜਿਹੜਾ ਹੈਗਾ, ਇਹ ਤ੍ਰਿਸ਼ਨਾ ਦਾ ਜਿਹੜਾ ਹੈਗਾ, ਇਹ ਸਾਰਾ ਜਿਹੜਾ ਹੈਗਾ ਜਿਹਦੇ ਵਿੱਚ ਅੱਗ ਹੈਗੀ ਆ, ਸਾਨੂੰ ਇਹ ਚੰਗਾ ਲੱਗਦਾ। ਚਿੱਕੜ, ਇਹ ਗੰਦਗੀ ਭਰਿਆ ਜਿਹੜਾ ਹੈਗਾ, ਇਹ ਵਿਸ਼ੇ ਵਿਕਾਰਾਂ ਦਾ ਜਲ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਪਾਲ ਸਮੂਹ ਸਰਵਰ ਭਰੇ, ਪਰਾ ਪੀ ਨਾ ਸਕੇ ਕੋਈ ਨੀਰ। ਕਹਿੰਦੇ ਸਮੁੰਦਰ ਪੂਰਾ ਅੰਮ੍ਰਿਤ ਨਾ ਪੀ ਨਾ ਸਕੇ ਕੋਈ ਵੀ ਨਹੀਂ ਪੀਣ ਦਿਆ। ਹਾਂ ਨਾ, ਕੋਈ ਨਹੀਂ ਪੀ ਰਿਹਾ। ਕੋਈ ਵੀ ਨਹੀਂ ਪੀ ਰਿਹਾ। ਕਿਉਂ ਨਹੀਂ ਪੀ ਰਿਹਾ? ਕੀ ਕਾਰਨ ਹੈ? ਹੁਣ ਪਹਿਲੀ ਤੁਕ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਕਹਿੰਦੇ ਭਾਗ ਵੱਡੇ ਤੇ ਪਾਇਓ ਤੂੰ ਭਰ ਭਰ ਪੀਓ ਕਬੀਰ। ਤੈਂ ਪਾਇਓ, ਤੂੰ ਪਾ ਲਿਆ। ਤੇਰੀ ਕਿਸਮਤ ਚੰਗੀ ਹੈ, ਤੂੰ ਪਾ ਲਿਆ, ਤੂੰ ਪੀ। ਤੇ ਕਬੀਰ ਜੀ ਦੱਸ ਵੀ ਰਹੇ ਆ। ਹਾਂਜੀ ਉਹ ਕਹਿੰਦੇ ਕਿਉਂ ਨਹੀਂ ਪੀ ਰਹੇ? ਕਾਰਨ ਵੀ ਲੱਭਣਾ ਜ਼ਰੂਰੀ ਹੈ। ਕਿਉਂ ਨਹੀਂ ਪੀ ਰਹੇ? ਤੁਹਾਡੇ ਸ਼ਹਿਰ ਵਿੱਚ ਇੱਕ ਡਾਕਟਰ ਹੋਵੇ, ਉਹ ਡਾਕਟਰ ਬਹੁਤ ਵਧੀਆ ਇਲਾਜ ਕਰਦਾ ਹੋਵੇ ਤੇ ਜਿਸ ਦੇ ਨਾਲ ਸਰੀਰ ਦਾ ਰੋਗ ਦੂਰ ਹੁੰਦਾ ਹੋਵੇ। ਹੁਣ ਡਾਕਟਰ ਮੌਜੂਦ ਹੋਵੇ ਤੇ ਪਰ ਮੌਜੂਦ ਹੋਣ ਦੇ ਨਾਲ ਲੋਕਾਂ ਦਾ ਇਲਾਜ ਤੇ ਨਹੀਂ ਨਾ ਹੋ ਸਕਦਾ ਨਿਜਰ ਸਾਹਿਬ ਨਾ। ਉਹ ਡਾਕਟਰ ਨੂੰ ਲੱਭਣਾ ਪਊਗਾ ਵੀ ਕਿੱਥੇ ਰਹਿੰਦਾ, ਜਾਂ ਫਿਰ ਕੋਈ ਸੁਨਾਹ ਦੇਵੇ ਕਿ ਬਈ ਫਲਾਣਾ ਡਾਕਟਰ ਹੈਗਾ ਉੱਥੇ ਇਲਾਜ ਹੁੰਦਾ। ਤੇ ਫਿਰ ਆਪਾਂ ਉੱਥੇ ਅਪਰੋਚ ਕਰਾਂਗੇ, ਬਈ ਸਾਡਾ ਨੰਬਰ ਲਾਓ। ਅਗਲਾ ਕਹੂਗਾ ਵੀ ਇੰਨੀ ਫੀਸ ਹੈ ਤੁਹਾਡੀ ਤੇ ਇਹ ਫੀਸ ਤੁਸੀਂ ਭਰੋ ਤੇ ਆਓ ਸਾਡੇ ਕੋਲ ਇਲਾਜ ਕਰੋ। ਪਰ ਉਹ ਕਹਿੰਦੇ ਆ ਕਿ ਜੇਕਰ ਤੂੰ ਦਵਾਈ ਖਾ ਰਹੇ ਆ, ਡਾਕਟਰ ਵੀ ਨਹੀਂ ਬਦਲਣਾ ਚਾਹੁੰਦਾ, ਠੀਕ ਹੈ, ਤੂੰ ਕਬੀਰ ਸਾਹਿਬ ਨੂੰ ਨਹੀਂ ਲਿਆਉਣਾ ਚਾਹੁੰਦਾ,
ਵੱਡੇ ਵੱਡੇ ਡਾਕਟਰ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਉਹ ਹੁਣ ਜਿਹੜੀ ਦਵਾਈ ਆਪਾਂ ਖਾ ਰਹੇ ਹਾਂ ਉਹਦੇ ਨਾਲ ਆਪਾਂ ਨੂੰ ਆਰਾਮ ਨਹੀਂ ਆਉਣ ਡਿਆ। ਪੰਗਾ ਤੇ ਹੈ, ਕਾਫੀ ਟਾਈਮ ਤੋਂ ਖਾਧੀ। ਗੁਰਨਾਨਕ ਪਾਤਸ਼ਾਹ ਜੀ ਤੇ ਬੜੇ ਜ਼ੋਰ ਲਾ ਕੇ ਗਏ ਨੇ ਕਿ ਕਹਿੰਦੇ ਵੀ ਦਵਾਈ ਖਾਧੇ ਬਿਨਾਂ ਤੈਨੂੰ ਮੁਕਤੀ ਨਹੀਂ ਮਿਲਣੀ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ। ਇਸ ਟੌਪਿਕ ਤੇ ਕੋਈ ਗੱਲ ਹੀ ਨਹੀਂ ਕਰਦਾ। ਜਿਹੜਾ ਡਾਕਟਰ ਆਪ ਨੂੰ ਦਵਾਈ ਦਿੰਦਾ ਉਹ ਕਹਿੰਦਾ ਛੱਡੋ ਖੜਾ, ਇਹ ਤੇ ਜੋਗੀਆਂ ਦਾ ਕੰਮ ਹੈ। ਉਹ ਕਹਿੰਦਾ ਛੱਡੋ ਖੜਾ ਜੀ, ਜੋਗ ਮੱਤ ਹੈਗੀ ਇਹਨੂੰ, ਕਿਹੜੇ ਵਿਚਾਰਾਂ ਦੀ ਗੱਲ ਕਰੀ ਜਾਂਦੇ ਜੋ, ਕੋਈ ਕੰਮ ਕੁਮ ਨਹੀਂ ਹੈਗਾ। ਉਹਦੇ ਇੱਕ ਤੁਕ ਚ ਹੀ ਗੱਲ ਖਤਮ ਕਰ ਗਏ, ਬ੍ਰਾਹਮਣ ਗਿਆਨ ਕਰ ਗਏ। ਇਹ ਕਹਿੰਦੇ ਜੀ ਕਾਮ ਦਾ ਤਿਆਗ ਕਰੋ, ਕ੍ਰੋਧ ਦਾ ਤਿਆਗ ਕਰੋ, ਲੋਭ ਦਾ, ਮੋਹ ਦਾ, ਹੰਕਾਰ ਦਾ, ਪਰ ਬਾਣੀ ਚ ਤੇ ਕਿਹਾ ਹੀ ਨਹੀਂ ਕਿਹਾ ਕਿ ਤੁਸੀਂ ਤਿਆਗ ਕਰਨਾ। ਨਿੱਜਾ ਸਾਹਿਬ ਇਹ ਵੀ ਗੱਲ ਸੱਚ ਜੇ। ਉਹ ਨਹੀਂ ਕਹਿੰਦੇ ਬੁਖਾਰ ਨੂੰ ਛੱਡ ਦੋ। ਬੁਖਾਰ ਨੂੰ ਕੋਈ ਛੱਡ ਸਕਦਾ ਦੱਸੋ ਮੈਨੂੰ? ਤਾਈਓ ਤੇ ਕਿਹਾ ਉਹਨਾਂ ਨੇ। ਉਹ ਕਹਿੰਦੇ ਦਵਾਈ ਖਾ ਲਾ, ਬੁਖਾਰ ਆਪੇ ਦੂਰ ਹੋ ਜੂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਕਹਿੰਦਾ ਤੂੰ ਹਨੇਰੀ ਨੂੰ, ਇਹ ਕਹਿੰਦੇ ਹਨੇਰੀ ਨੂੰ ਦੂਰ ਕਰ। ਉਹ ਕਹਿੰਦੇ ਹਨੇਰੀ ਨੂੰ ਦੂਰ ਕਰਨ ਦੀ ਲੋੜ ਹੀ ਨਹੀਂ ਹੈ, ਐਬਸੈਂਸ ਆਫ ਲਾਈਟ ਆ। ਬਲਬ ਜਗਾ ਤੇ ਹਨੇਰਾ ਆਪੇ ਚੱਲ ਜਾਣਾ। ਵੇਖਿਆ ਨਿੱਜਾ ਸਾਹਿਬ, ਇਹ ਗੱਲ ਚ ਪੁਆਇੰਟ ਹੈਗਾ ਜੀ। ਬਿਲਕੁਲ। ਇਹ ਕਹਿੰਦੇ ਲੋਭ ਦਾ ਤਿਆਗ ਕਰੋ। ਹੁਣ ਵੇਖੋ ਜਿਹੜੇ 5 ਭੂਤ ਹੈਗੇ ਨਾ, 5 ਭੂਤ ਜਿੱਦਾਂ ਇਹਨਾਂ ਦਾ ਆਪਣਾ ਸਰੀਰ ਇਹਨਾਂ ਤੋਂ ਬਣਿਆ, ਇਹਨਾਂ ਦਾ ਤਿਆਗ ਕਿੱਥੋਂ ਕਰ ਦੋਗੇ ਤੁਸੀਂ? ਹੁਣ ਜਿਹੜੀ ਅਗਨੀ ਆ ਉਹ ਕ੍ਰੋਧ ਤੋਂ ਬਣੀ ਹੈ, ਕ੍ਰੋਧ ਆ ਪੈਦਾ ਕਰਦੀ। ਪਾਣੀ ਜਿਹੜਾ ਲੋਭ ਨੂੰ ਪੈਦਾ ਕਰਦਾ, ਵੇਖਿਆ ਪਾਣੀ ਇਕੱਠਾ ਨਹੀਂ ਹੋ ਜਾਂਦਾ। ਹੋਰ ਪਾਣੀ ਪਾਈ ਜੋ, ਉਹ ਖੁਸ਼ ਆ, ਹੋਰ ਪਾਈ ਜੋ, ਜਿੰਨਾ ਮਰਜ਼ੀ ਪਾਈ ਜੋ, ਉਹ ਤੇ ਵਿਸ਼ਾਲ ਹੋਈ ਜਾਂਦਾ। ਇਸੇ ਤਰ੍ਹਾਂ ਲੋਭ ਤੇ ਜਿਹੜੀ ਪ੍ਰਿਥਵੀ ਹੰਕਾਰ ਨੂੰ ਪੈਦਾ ਕਰਦੀ, ਆਕਾਸ਼ ਹੈ ਜਿਹੜਾ ਮੋਹ ਨੂੰ ਪੈਦਾ ਕਰਦਾ, ਹਵਾ ਜਿਹੜੀ ਹੈ ਉਹ ਕਾਮ ਨੂੰ ਪੈਦਾ ਕਰਦੀ। ਇਹਨਾਂ ਦੇ ਔਗਣ ਨੇ। ਹੁਣ ਇਹਨਾਂ ਤੋਂ ਆਪਣਾ ਸਰੀਰ ਬਣਿਆ, ਇਹਨਾਂ ਨੂੰ ਆਪਾਂ ਕਿੱਥੋਂ ਤਿਆਗ ਕਰੀਏ? ਪਰ ਇੱਕ ਕੰਮ ਹੈਗਾ ਜੋ ਭੋਗ ਨੂੰ ਯੋਗ ਬਣਾਇਆ ਜਾ ਸਕਦਾ। ਨਿਜਮ ਸਾਹਿਬ ਬਿਲਕੁਲ ਸਹੀ ਹੈ ਜੀ। ਜਿਹੜਾ ਭੋਗ ਹੈ ਨਾ, ਭੋਗ ਦੀ ਆਪਾਂ ਜਿੱਦਾਂ ਜ਼ਹਿਰ ਨੂੰ ਆਪਾਂ ਮੈਡੀਸਨ ਬਣਾ ਸਕਦੇ ਹਾਂ। ਜਿੱਦਾਂ ਸੱਪ ਦਾ ਜ਼ਹਿਰ ਆ, ਜਦੋਂ ਉਹਨੂੰ ਕੰਟਰੋਲ ਦੇ ਰੂਪ ਚ ਦਵਾਈਆਂ ਚ ਪਾਉਂਦੇ ਆ, ਵੇਖੋ ਉਹ ਕਿੱਦਾਂ ਕਈ ਬਿਮਾਰੀਆਂ ਨੂੰ ਮਾਰ ਦਿੰਦਾ। ਪਰ ਉਹਨੂੰ ਬਣਾਉਣ ਦੀ ਇੱਕ ਵਿਧੀ ਆ। ਹੁਣ ਜਦੋਂ ਉਹ ਜ਼ਹਿਰ ਨੂੰ ਆਪਾਂ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਤੇ ਉਹੀ ਜਿਹੜਾ ਜ਼ਹਿਰ ਆ ਮੁੜ ਕੇ ਅੰਮ੍ਰਿਤ ਬਣ ਜਾਂਦਾ, ਸਾਨੂੰ ਬਿਮਾਰੀ ਤੋਂ ਮੁਕਤੀ ਦੇ ਦਿੰਦਾ। ਠੀਕ, ਇਹ ਦੇਖੋ ਧਰਮ ਦਾ ਮਤਲਬ ਕੀ ਹੈ? ਜਿਸ ਮਨੁੱਖ ਨੇ ਧਰਮ ਨੂੰ ਧਾਰਿਆ ਹੈ ਉਹ ਮਨੁੱਖ ਹੈ। ਦੇਖੋ ਪਲੀਜ਼ ਆਪ ਸਮਝੋ ਜੀ, ਜਿਸ ਮਨੁੱਖ ਨੇ ਧਰਮ ਨੂੰ ਧਾਰਿਆ ਹੈ, ਕਹਿਣ ਤੋਂ ਭਾਵ ਧਰਮ ਦੇ ਕੱਪੜੇ ਪਾਏ ਨੇ, ਜਿਹੜਾ ਸਹੀ ਤੇ ਗਲਤ ਦੇ ਭੇਦ ਨੂੰ ਜਾਣਦਾ ਤੇ ਗਲਤ ਨੂੰ ਤਿਆਗ ਦਿੰਦਾ ਤੇ ਸਹੀ ਨੂੰ ਫੜ ਲੈਂਦਾ, ਉਹ ਮਨੁੱਖ ਨੇ ਧਰਮ ਦੇ ਕੱਪੜੇ ਪਾਏ ਨੇ। ਤੇ ਜਿਹੜਾ ਮਨੁੱਖ ਸਹੀ ਨੂੰ ਛੱਡ ਦਿੰਦਾ ਵਾ ਤੇ ਗਲਤ ਨੂੰ ਫੜ ਲੈਂਦਾ, ਉਹ ਜਾਨਵਰ ਹੈ। ਦੋਨੋਂ ਹੀ ਇਨਸਾਨ ਸਰੀਰ, ਇਹਨਾਂ ਦੋਨੋਂ ਕੋਲ ਮਤਲਬ ਇਨਸਾਨ ਦਾ ਹੀ ਸਰੀਰ ਆ। ਹਾਂ, ਪਰ ਅੰਦਰੋਂ ਇੱਕ ਦੇ ਵਿੱਚ ਜਾਨਵਰ ਹੈ ਤੇ ਇੱਕ ਦੇ ਵਿੱਚ ਇਨਸਾਨ ਹੈ। ਹੁਣ ਇਹ ਜਿਹੜੇ ਲੋਕ ਤੁਹਾਡੇ ਸਾਹਮਣੇ ਦਿਖਦੇ ਪਏ ਨੇ, ਜਿਹੜੇ ਬੜੇ ਸਪੀਡ ਨਾਲ ਉੱਪਰ ਜਾ ਰਹੇ ਨੇ, ਇਹ ਜਾ ਨਹੀਂ ਰਹੇ, ਇਹ ਬਹੁਤ ਸਪੀਡ ਨਾਲ ਡੁੱਬ ਰਹੇ ਨੇ। ਕਿਉਂ? ਇੰਦਰੋਂ ਜਾਨਵਰ ਬਣ ਗਏ ਨੇ। ਤੇ ਜਾਨਵਰ ਤੇ ਤੁਹਾਨੂੰ ਪਤਾ ਹੀ ਦੂਜੇ ਦਾ ਹਿੱਸਾ ਖੋ ਕੇ ਲੈ ਆਉਂਦਾ। ਤੁਸੀਂ ਵੇਖੋ, ਸ਼ਿਕਾਰ ਕਿਸੇ ਨੇ ਹੋਰ ਨੇ ਮਾਰਿਆ ਹੁੰਦਾ ਤੇ ਨਿੱਜੇ ਸਭ ਦੂਜੇ ਖੋ ਕੇ ਲੈ ਜਾਂਦੇ ਆ ਨਾ। ਬਿਲਕੁਲ ਲੈ ਜਾਂਦੇ ਆ, ਬਿਲਕੁਲ। ਉਹ ਹਿਸਾਬ ਕਿੱਥੇ ਆ? ਇਹ ਫਿਰ ਮਨੁੱਖ ਥੋੜੀ ਹੋਇਆ ਜਿਹੜਾ ਕਿਸੇ ਦਾ ਸ਼ਿਕਾਰ ਖੋ ਕੇ ਲੈ ਜਾਂਦਾ, ਪਰ ਖੋ ਕੇ ਲੈ ਜਾਂਦੇ। ਠੀਕ ਹੈ ਜੀ, ਧਰਮ ਦਾ ਮਤਲਬ ਹੈ ਜਿਹਨੇ ਧਾਰਿਆ ਚੰਗਿਆਈ ਨੂੰ, ਸੱਚਾਈ ਨੂੰ, ਉਹ ਧਾਰਮਿਕ ਮਨੁੱਖ। ਤੇ ਉਹ ਮਨੁੱਖ ਆ, ਧਾਰਮਿਕ ਨਹੀਂ ਕਹਿ ਸਕਦੇ। ਉਹ ਮਨੁੱਖ ਜਿਹਨੇ ਧਰਮ ਨੂੰ ਧਾਰਿਆ। ਤੇ ਜਿਹਨੇ ਧਰਮ ਨੂੰ ਨਹੀਂ ਧਾਰਿਆ, ਜਿਹਦੀ ਜ਼ਿੰਦਗੀ ਚ ਸਹੀ ਤੇ ਗਲਤ ਦਾ ਕੋਈ ਫਰਕ ਨਹੀਂ ਹੈਗਾ, ਤੇ ਫਿਰ ਦੋਨਾਂ ਨੂੰ ਸੇਮ ਸਮਝਦਾ, ਫਿਰ ਹੈ ਤੇ ਇਨਸਾਨ ਹੀ ਪਰ ਜਾਨਵਰ। ਹੁਣ ਜਿਹੜੀ ਦਵਾਈ ਆ, ਦਵਾਈ ਕਹਿੰਦੇ ਆ ਕਿ ਵੀ ਏਦਾਂ ਤੁਸੀਂ ਕਰੋ ਕਿ ਇਹਨਾਂ ਦਾ ਤਿਆਗ ਕਰੋ। ਤਿਆਗ ਤੇ ਕੀਤਾ ਨਹੀਂ ਜਾ ਸਕਦਾ। ਹਾਂ, ਇਹ ਕੰਮ ਹੋ ਸਕਦਾ
ਭੋਗ ਦਾ ਯੋਗ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਔਰ ਉਹਦੇ ਲਈ ਇੱਕ ਤਰੀਕਾ ਹੈ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਉਹਨੂੰ ਧਿਆਨ ਸਿਮਰਨ ਦੇ ਵਿੱਚ ਲਗਾ ਦਿਓ, ਬਸ ਉਹਦੀ ਡਾਇਰੈਕਸ਼ਨ ਬਦਲ ਦਿਓ, ਜਿੱਧਰ ਨੂੰ ਜਾ ਰਹੀ ਆ ਉਹ 9 ਦਰਵਾਜ਼ਿਆਂ ਵੱਲ ਜਾ ਰਹੀ ਹੈ, ਉੱਪਰ ਨੂੰ ਲੈ ਜਾਓ ਭਾਈ ਭਗਤੀ ਵੱਲ। ਹਾਂ ਬਿਲਕੁਲ ਹੀ। ਹੁਣ ਇੱਥੇ ਆਪ ਜੀ ਨੂੰ ਪਹਿਲਾਂ ਵੀ ਸਮਝਾਇਆ ਹੈ ਕਿ ਉੱਪਰ ਤੁਹਾਡੇ ਪੁਰਸ਼ ਹੈ ਤੇ ਥੱਲੇ ਤੁਹਾਡੇ ਪ੍ਰਕਿਰਤੀ ਹੈ। 9 ਦਰਵਾਜ਼ੇ ਰੱਖੇ ਆ, ਠੀਕ ਹੈ, 10ਵਾਂ ਗੁਪਤ ਰੱਖਿਆ, 10ਵਾਂ ਕੀ ਆਤਮਾ। ਹੁਣ ਜਿਹੜਾ ਪੁਰਸ਼ ਹੈ ਉੱਪਰ ਹੈ, ਥੱਲੇ ਪ੍ਰਕਿਰਤੀ ਹੈ। ਜਦ ਤੱਕ ਇਹ ਦੋਵਾਂ ਦੇ ਵਿੱਚ ਖਿਚਾਓ ਹੈਗਾ, ਦੇਖੋ ਇਹ ਚੀਜ਼ ਨੂੰ ਆਪ ਸਮਝੋ, ਇੱਕ ਦੂਜੇ ਨੂੰ ਅਟਰੈਕਟ ਕਰਦੇ ਆ ਮਿੱਤਰ ਸਾਹਿਬ। ਔਰ ਐਕਚੁਅਲੀ ਗੋਰਖੀ ਸਾਹਿਬ ਦੇਖੋ ਥੱਲੇ ਨੂੰ ਤਾਂ ਜਿਹੜੀ ਹੈਗੀ ਗ੍ਰੈਵਿਟੇਸ਼ਨਲ ਫੋਰਸ ਥੱਲੇ ਨੂੰ ਆ, ਥੱਲੇ ਤਾਂ ਆਪਣੇ ਆਪ ਭੱਜੀ ਜਾ ਰਹੇ ਆ ਆਪਾਂ, ਉੱਪਰ ਨੂੰ ਜਾਣਾ ਮੁਸ਼ਕਲ ਆ। ਫੁਹਾਰੇ ਨੂੰ ਉੱਪਰ ਨੂੰ ਭੇਜਣ ਦੇ ਲਈ ਪੰਪ ਬੜਾ ਧੜਾ ਚਾਹੀਦਾ, ਹਾਂ ਥੱਲੇ ਜਾਣ ਦੇ ਲਈ ਤੇ ਲੋੜ ਹੀ ਨਹੀਂ, ਉਹਦੇ ਤੁਹਾਡੇ ਕਰਨ ਦੀ ਵੀ ਕੁਝ ਲੋੜ ਨਹੀਂ, ਉੱਥੇ ਪੈਰੀ ਚ ਤੇ ਆਪਣੇ ਆਪ ਹੀ ਉੱਗੀ ਜਾਣਾ ਉੱਥੇ ਸਭ ਕੁਛ, ਬਸ ਕਾਮ ਹੀ ਵਿਗੂ, ਕ੍ਰੋਧ ਉੱਗੂ, ਲੋਭ ਉੱਗੂ। ਹੁਣ ਦੇਖੋ ਇੱਥੇ ਚੀਜ਼ ਨੂੰ ਆਪ ਸਮਝੋ, ਧਰਮ ਕੀ ਹੈ? ਸੱਚ, ਧਰਮ ਇੱਕ ਮਤਲਬ ਜ਼ਿੰਦਗੀ ਦਾ ਇੱਕ ਸਭ ਤੋਂ ਕੀਮਤੀ ਹੈ, ਇੱਕ ਖਜ਼ਾਨਾ ਹੈ। ਜ਼ਿੰਦਗੀ ਕਿਵੇਂ ਗੁਜ਼ਾਰਨੀ? ਹਾਂ, ਜ਼ਿੰਦਗੀ ਦਾ ਜਿਹੜਾ ਫਲਸਫਾ ਹੈ ਨਾ, ਦੇਖੋ ਇੱਕ ਕਿਤੇ ਮੈਂ ਪੜ੍ਹਿਆ ਸੀ, ਕਹਿੰਦੇ ਗਿਆਨ ਤੀਜੀ ਅੱਖ ਹੁੰਦਾ ਵਾ, ਤੀਜਾ ਨੇਤਰ ਹੈ ਗਿਆਨ। ਕਿਉਂਕਿ ਗਿਆਨ ਦਾ ਮਤਲਬ ਉਹਨੂੰ ਪਤਾ ਲੱਗ ਗਿਆ ਕਿਹੜੇ ਪਾਸੇ ਨੂੰ ਤੁਰਨਾ, ਔਰ ਗਿਆਨ ਕਿਹੜੇ ਪਾਸੇ ਨੂੰ ਤੁਰਨਾ ਹੈ। ਤੇ ਜਿਹੜਾ ਗਿਆਨ ਆ ਉਹ ਧਿਆਨ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ। ਇਹ ਵੀ ਜੇ ਪੰਗਾ ਆਪ ਸਮਝ ਗਏ? ਬਿਲਕੁਲ। ਗਿਆਨ ਬਹੁਤ ਵੱਡੀ ਚੀਜ਼ ਹੈ, ਪਰ ਗਿਆਨ ਜਿਹੜਾ ਹੈ ਉਹਨੇ ਤੁਹਾਨੂੰ ਧਰਮ ਦੇ ਨਾਲ ਜੋੜਨਾ, ਤੇ ਜਿਹੜਾ ਗਿਆਨ ਆ ਉਹ ਤੁਹਾਨੂੰ ਧਿਆਨ ਤੋਂ ਬਿਨਾਂ ਮਿਲਣਾ ਨਹੀਂ ਜੀ। ਮਨ ਅਸ਼ਾਂਤ ਆ ਤੇ ਗਿਆਨ ਕਿੱਥੇ? ਉੱਥੇ ਕੋਈ ਗਿਆਨ ਨਹੀਂ ਹੈਗਾ। ਸੋ ਜਿਹੜਾ ਗਿਆਨ ਹੈ ਉਹ ਧਿਆਨ ਨਾਲ ਮਿਲਣਾ ਹੈ, ਔਰ ਧਿਆਨ ਕਿੱਥੋਂ ਮਿਲਣਾ ਹੈ? ਭਗਤੀ ਨਾਲ। ਕਿਉਂਕਿ ਭਗਤੀ, ਇਹ ਸਾਰੇ ਇਕੱਠੇ ਜੁੜੇ ਨੇ, ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ, ਇਹ ਤਿੰਨ ਨੇ। ਭਗਤੀ ਤੋਂ ਬਿਨਾਂ ਗਿਆਨ ਨਹੀਂ ਜੋ ਪ੍ਰਗਟ ਹੋਣਾ, ਤੇ ਗਿਆਨ ਤੋਂ ਬਿਨਾਂ ਤੁਹਾਡੇ ਜੀਵਨ 'ਚ ਧਰਮ ਨਹੀਂ ਆਉਣਾ, ਤੇ ਧਰਮ ਤੋਂ ਬਿਨਾਂ ਤੁਹਾਡਾ ਕਰਮ ਮਾਰਗ ਠੀਕ ਨਹੀਂ ਹੋਣਾ। ਇਹ ਵੀ ਬੜੇ ਆਪਸ ਵਿੱਚ ਜੁੜੇ ਹੋਏ ਨੇ, ਤੁਹਾਡੇ ਅਟੈਚ ਨੇ। ਤੁਸੀਂ ਇਹਨਾਂ ਨੂੰ ਵੇਖੋਗੇ, ਇਹ ਦੇਖ ਲਓ, ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ। ਧਿਆਨ ਤੋਂ ਬਿਨਾਂ ਤੁਹਾਨੂੰ ਗਿਆਨ ਨਹੀਂ ਜਿਉਣਾ, ਤੇ ਗਿਆਨ ਤੋਂ ਬਿਨਾਂ ਤੁਹਾਨੂੰ ਜੀਵਨ ਦੀ ਸੋਝੀ, ਤੁਹਾਨੂੰ ਧਰਮ ਦੇ ਬਾਰੇ ਕੁਛ ਨਹੀਂ ਜੋ ਪਤਾ ਲੱਗਣਾ। ਫਿਰ ਤੇ ਲੋਕਾਂ ਦਾ ਗਿਆਨ ਹੈ, ਤੁਸੀਂ ਸੁਣੀ ਜਾਓ ਤੇ ਜੋ ਮਰਜ਼ੀ ਕਰੀ ਜਾਓ, ਉੱਥੇ ਧਰਮ ਤੇ ਹੈਗਾ ਨਹੀਂ, ਉੱਥੇ ਬਿਮਾਰੀ ਵੀ ਨਹੀਂ ਦੂਰ ਹੋਣੀ। ਕਿ ਗਿਆਨ ਤੁਹਾਡਾ ਆਪਣਾ ਚਾਹੀਦਾ ਵਾ ਨਿੱਜਰ ਸਾਹਿਬ, ਇਹ ਵੀ ਬੜਾ ਪੰਗਾ ਜੀ। ਬਿਲਕੁਲ। ਕਿਸੇ ਦਾ ਗਿਆਨ, ਹੁਣ ਕਿਸੇ ਦਾ ਮੁੰਡਾ ਲੈ ਆਵੇ, ਇੱਕ ਔਰਤ, ਉਹ ਕਵੇ ਜੀ ਇਹ ਮੇਰਾ ਬੱਚਾ ਹੈ। ਹੁਣ ਸਾਨੂੰ ਤੇ ਨਹੀਂ ਪਤਾ ਕਿ ਤਾਂ ਕਿੱਥੋਂ ਲੈ ਆਈ ਹੈ, ਪਰ ਜਿਹੜੀ ਔਰਤ ਨੇ ਪੇਟ ਚੋਂ ਬੱਚਾ ਪੈਦਾ ਕੀਤਾ ਹੈ, ਅਸਲ ਤੇ ਬੱਚਾ ਤਾਂ ਉਹਦਾ ਉਹ ਹੈ ਨਾ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਔਰ ਗਿਆਨ ਜਿਹੜਾ ਹੈਗਾ ਗੋਰਖੀ ਸਾਹਿਬ, ਗਿਆਨ ਤਾਂ ਪ੍ਰੈਕਟੀਕਲ ਤੁਸੀਂ ਕੀਤਾ ਹੈ ਤੇ ਉਹਨੂੰ ਗਿਆਨ ਕਹਿੰਦੀ ਹੈ ਬਾਣੀ। ਬਾਕੀ ਤਾਂ ਜਿਹੜਾ ਹੈਗਾ ਤੁਹਾਡੇ ਕੋਲ ਜਿਹੜਾ ਹੈਗਾ ਸਿਰਫ ਜਿਹੜਾ ਹੈਗਾ ਰਸਤਾ ਦਿਖਾਉਣ ਵਾਸਤੇ, ਰਸਤੇ ਦਾ ਵੀ ਤੁਹਾਨੂੰ ਆਹ ਪਾਸੇ ਤੁਰਨਾ ਹੈ, ਇੰਨਾ ਕੁ ਜਿਹੜਾ ਹੈਗਾ ਆਪਾਂ ਨੂੰ ਗਿਆਨ ਮਿਲ ਸਕਦਾ ਹੈ। ਬਾਕੀ ਜਿਹੜਾ ਹੈਗਾ ਪ੍ਰੈਕਟੀਕਲੀ ਜੋ ਗਿਆਨ ਹੈ ਉਹ ਤਾਂ ਆਪਾਂ ਤੁਰਾਂਗੇ ਤੇ ਤਾਂ ਉਹਨੂੰ ਬਾਣੀ ਗਿਆਨ ਕਹਿੰਦੀ ਹੈ ਭਾਈ। ਗਿਆਨ ਸਾਧ ਸੰਗਤ ਜੀ ਪਤਾ ਕਿਹੜਾ ਜੇ? ਜਿਹੜਾ ਤੁਹਾਡਾ ਆਪਣਾ ਅਨੁਭਵ ਹੈ। ਬਸ ਆਹੀ। ਬਾਕੀ ਤੇ ਜਾਣਕਾਰੀਆਂ ਨੇ, ਇਹ ਬਾਬੇ ਬਹੁਤ ਬੋਲਦੇ ਨੇ, ਤੇ ਜੇਕਰ ਉਹਨਾਂ ਦਾ ਅਨੁਭਵ ਨਾਲ ਹੀ ਨਾ ਜੁੜਿਆ, ਉਹ ਕੇਵਲ ਗੱਲਾਂ ਹੀ ਆ। ਉਹ ਗਿਆ ਨਹੀਂ, ਉਹ ਚੇਲਾ ਕਿਸੇ ਕੋਲ ਬੜਾ ਪੜ੍ਹਿਆ ਲਿਖਿਆ ਤੇ ਇੰਟੈਲੀਜੈਂਟ, ਉਹ ਕਹਿੰਦਾ ਤੂੰ ਬੋਲ। ਉਹ ਘੰਟਾ 1.5 ਘੰਟਾ ਬੋਲਿਆ,
ਸਾਰੇ ਇੰਪ੍ਰੈਸ ਹੋ ਗਏ ਕਿ ਵਾਹ ਵੀ ਬੜੀਆਂ ਗਿਆਨ ਦੀਆਂ ਗੱਲਾਂ। ਤੇ ਉਹ ਬਾਬਾ ਉਹਨਾਂ ਦਾ ਗੁਰੂ ਕਹਿੰਦਾ ਵੀ ਤੂੰ ਤੇ ਬੋਲਿਆ ਨਹੀਂ, ਕਹਿੰਦਾ ਤੇਰਾ ਦਿਮਾਗ ਸਹੀ ਹੈ, 1-1.5 ਘੰਟੇ ਤੋਂ ਤੇ ਮੈਂ ਬੋਲਣ ਡਿਆ। ਉਹ ਕਹਿੰਦਾ ਤੂੰ ਦੂਜੇ ਗ੍ਰੰਥਾਂ ਦੇ ਬਾਰੇ ਬੋਲੀ ਜਾ ਰਿਹਾ, ਉਹਦਾ ਪੜ੍ਹਿਆ ਬੋਲੀ ਜਾਂਦਾ, ਤੇਰਾ ਤੇ ਇੱਕ ਲਫ਼ਜ਼ ਨਹੀਂ ਹੈਗਾ ਵਿੱਚ। ਤੂੰ ਬੋਲ ਕਿ ਤੂੰ ਆਪਣਾ ਵੀ ਕੁਝ ਸੁਣਾ, ਮੈਂ ਉਹਨੂੰ ਮੰਨਾਂ। ਤੇਰੇ ਤੇ ਪੇਟ ਚੋਂ ਪੈਦਾ ਨਹੀਂ ਹੋਈ, ਉਹ ਗਿਆਨ ਤੇ ਅੰਦਰੋਂ ਤੁਹਾਡਾ ਗੋਰਖੀ ਸਾਹਿਬ ਤੋਂ ਬਹੁਤ ਧਰਮ ਉਹ ਤੁਹਾਡਾ ਖਰਾਬ ਹੋ ਗਿਆ, ਜਿਹੜਾ ਬ੍ਰੇਕ ਹੋ ਰਿਹਾ। ਚਲੋ ਠੀਕ ਹੈ ਸਰ, ਮੈਂ ਦੇਖਦਾ ਤੇ ਮੇਰਾ ਨੈਟਵਰਕ ਜਿੰਨੇ ਜੋ ਸਭ ਅੱਗੇ ਚੱਲੋ ਪਲੀਜ਼। ਹਾਂਜੀ ਹਾਂਜੀ। ਤੇ ਇੱਕ ਅਗਲਾ 171ਵਾਂ। ਤੇ ਕਬੀਰ ਜੀ ਕਹਿੰਦੇ ਦੇਖ ਲੈ ਪਿਆਰਿਆ, ਦੇਖ ਤੇਰੇ ਅੰਦਰ ਸਰੋਵਰ ਹੈਗਾ, ਮਨੁੱਖੀ ਜੂਨ ਦੇ ਵਿੱਚ ਹੈਗਾ ਹੈ, ਤੂੰ ਇਸ ਵਾਸਤੇ ਆਇਆ ਹੈ, ਤੂੰ ਆਪਣਾ ਗਿਆਨ ਜਿਹੜਾ ਹੈਗਾ ਪ੍ਰਗਟ ਕਰ ਲਾ, ਪਹੁੰਚ ਜਾ, GPS ਡਾਇਰੈਕਸ਼ਨ ਲੈ ਲਾ ਬ੍ਰਹਮ ਗਿਆਨੀਆਂ ਤੋਂ। ਨਹੀਂ ਤਾਂ ਕਬੀਰ ਪ੍ਰਭਾਤੇ ਤਾਰੇ ਖਿਸੈ, ਤਿਉਂ ਇਹੋ ਖਿਸੈ ਸਰੀਰ, ਇਹ ਦੋ ਅੱਖਰ ਨਾ ਖਿਸੈ, ਸੋ ਗਹਿ ਰਹੋ ਕਬੀਰ। ਕਬੀਰ ਜੀ ਕਹਿੰਦੇ ਦੇਖ ਲਾ ਪਿਆਰਿਆ, ਜਿਵੇਂ ਰਾਤ ਜਿਹੜੀ ਹੈਗੀ ਆ, ਰਾਤ ਦਾ ਪਤਾ ਨਹੀਂ ਲੱਗਦਾ, ਸਵੇਰੇ ਜਿਹੜੇ ਹੈਗੇ ਆ ਤਾਰੇ ਸਾਰੇ ਚਲੇ ਜਾਂਦੇ, ਰਾਤ ਖਤਮ ਹੋ ਜਾਂਦੀ ਆ, ਉਵੇਂ ਦੀ ਤੇਰੀ ਜੀਵਨ ਦੀ ਰਾਤ ਆ, ਜ਼ਿੰਦਗੀ ਹੈਗੀ ਤੇਰੀ। ਦੇਖ ਤੇਰਾ ਪ੍ਰਭਾਤ ਨੇੜੇ ਆ ਰਿਹਾ, ਬਸ ਚੱਲਣ ਦਾ ਟਾਈਮ ਤੇਰਾ ਨੇੜੇ ਆ ਰਿਹਾ। ਇਸੇ ਤਰੀਕੇ ਦੇ ਨਾਲ ਤੇਰੇ ਸਰੀਰ ਦੀ ਤਾਕਤ ਵੀ ਹੌਲੀ 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 ਜਿਹੜੀ ਹੈ ਖਤਮ ਹੋਈ ਜਾ ਰਹੀ ਹੈ। ਇਹ ਦੋ ਅੱਖਰ ਨਾ ਖਿਸੈ, ਸੋ ਗਹਿ ਰਹੋ ਕਬੀਰ। ਆਹ ਜਿਹੜੇ ਭਗਤੀ ਦੇ ਜਿਹੜੇ ਹੈਗੇ, ਧਿਆਨ ਸਿਮਰਨ ਦੇ ਜਿਹੜੇ ਹੈਗੇ, ਆਪਣਾ ਪ੍ਰੈਕਟੀਕਲ ਕਰਨ ਦੇ ਜਿਹੜੇ ਹੈਗੇ ਆ, ਇਹ ਜਿਹੜੇ ਹੈਗੇ ਆ ਅੱਖਰ ਜਿਹੜੇ ਹੈਗੇ ਆ, ਇਹ ਕਿਸੇ ਉਹਦੇ ਵਿੱਚ ਨਹੀਂ ਹੈਗੇ, ਕਿਸੇ 52 ਅੱਖਰਾਂ ਦੇ ਵਿੱਚ ਇਹ ਅੱਖਰ ਨਹੀਂ ਹੈਗੇ। ਇਹ ਜਿਹੜੇ ਹੈਗੇ, ਕਬੀਰ ਜੀ ਕਹਿੰਦੇ ਇੱਕ ਜਗ੍ਹਾ ਉਹਨਾਂ ਨੇ ਜਿਹੜੇ 52 ਅੱਖਰੀ ਦਿੱਤੀ ਆ, ਕਹਿੰਦੇ ਕਿ 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਨ, ਸਤ ਕਾ ਸ਼ਬਦ ਕਬੀਰਾ ਕਹੈ, ਪੰਡਤ ਹੋਏ ਸੋ ਅਨਭਉ ਰਹੈ। ਕਹਿੰਦੇ ਸੱਤ ਦੀ ਗੱਲ ਜਿਹੜੀ ਹੈਗੀ ਆ, ਮੈਂ 52 ਅੱਖਰਾਂ ਦੇ ਨਾਲ ਜਿਹੜਾ ਹੈਗਾ ਗਿਆਨ ਦੇਣ ਦੀ ਕੋਸ਼ਿਸ਼ ਕੀਤੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇੱਕ ਅੱਖਰ ਜਿਹੜਾ ਹੈਗਾ, ਭਗਤੀ ਜਿਹੜੀ ਹੈਗੀ, ਅਨੁਭਵ ਆਪਣਾ ਜਿਹੜਾ ਹੈਗਾ, ਪ੍ਰੈਕਟੀਕਲ ਕਰਨ ਵਾਲੀ ਗੱਲ ਜਿਹੜੀ ਹੈਗੀ, ਅੰਦਰ ਆਤਮਿਕ ਯਾਤਰਾ ਕਰਨ ਵਾਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਜਿਹੜਾ ਗਿਆਨੀ ਹੋਊਗਾ, ਜਿਹੜਾ ਗਿਆਨਵਾਨ ਹੋਊਗਾ, ਜਿਹੜਾ ਪੰਡਤ ਸਕਾਲਰ, ਉਹ ਇਸ ਗੱਲ ਨੂੰ ਫੜ ਲੂਗਾ। ਨਹੀਂ ਤਾਂ ਭਾਈ ਇਹ ਦੋ ਅੱਖਰ ਨਾ ਖਿਸੈ, ਸੋ ਕਹਿ ਰਹੇ ਹੋ ਕਬੀਰ। ਆਹ ਦੋ ਅੱਖਰ ਹੈਗੇ ਭਾਈ, ਇਹਨਾਂ ਨੇ ਨਹੀਂ ਜਾਣਾ। ਇਹ ਕਬੀਰ ਜੀ ਕਹਿੰਦੇ ਮੈਂ ਤਾਂ ਇਹਨਾਂ ਨੂੰ ਪਾਈ ਹੈ ਧਿਆਨ ਸਿਮਰਨ ਨੂੰ, ਇਹਨਾਂ ਨੂੰ ਫੜ ਕੇ ਰੱਖਿਆ, ਇਹੀ ਪ੍ਰੈਕਟੀਕਲ ਮੈਂ ਕਰਦਾ ਹਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਉਹ ਕਹਿੰਦੇ ਆ ਕਿ ਕਬੀਰ ਪ੍ਰਭਾਤ ਤੇ ਤਾਰੇ ਖਿਸੇ, ਕਿਉਂ ਇਹ ਖਿਸੇ ਸਰੀਰ। ਕਹਿੰਦੇ ਆ ਛਾਂ ਦੇਖ ਲਓ, ਤਾਰੇ ਚਲ ਜਾਂਦੇ ਨੇ ਜਦ ਸਭ ਨਾ, ਹਾਂ ਸਵੇਰੇ ਸਵੇਰੇ ਚਲੇ ਜਾਂਦੇ, ਦਿਨ ਚੜ੍ਹਦਾ ਸੂਰਜ ਆ ਗਿਆ, ਤਾਰੇ ਗਏ, ਬਸ ਰਾਤ ਵੀ ਆਪਣੀ ਐਵੇਂ ਹੀ ਚਲੀ ਜਾਣੀ ਹੈ। ਉਸੇ ਤਰ੍ਹਾਂ ਕਹਿੰਦੇ ਤੇਰਾ ਸਰੀਰ ਇਸੇ ਤਰ੍ਹਾਂ ਹੀ ਸਮਾਂ ਜਾ ਰਿਹਾ ਵੀ ਇਹ ਦੋ ਅੱਖਰ ਨਾ ਖਿਸੇ, ਸੋ ਕਹਿ ਰਹੇ ਹੋ ਕਬੀਰ। ਹਾਂ, ਇਹਨਾਂ ਨੂੰ ਫੜ ਕੇ ਰੱਖਿਆ। ਕਬੀਰ ਜੀ ਕਹਿੰਦੇ ਮੈਂ ਤਾਂ ਨਹੀਂ ਛੱਡਦਾ ਭਗਤੀ ਨੂੰ ਭਾਈ। ਹਾਂ, ਉਹ ਕਹਿੰਦੇ ਬਈ ਤੁਸੀਂ ਮਤਲਬ ਫੋਰਡ ਚੀਜ਼ ਹੈਗੀ ਆ। ਠੋਸ ਬਿਲਕੁਲ। ਤੁਸੀਂ ਅੱਜ ਜੇ ਤੁਹਾਡੇ ਪੱਲੇ ਕੁਝ ਹੈਗਾ ਵਾ, ਹਾਂ, ਕਿਤੇ ਐਵੇਂ ਫੀਲਿੰਗ ਤੇ ਨਹੀਂ ਲਈ ਜਾਂਦੇ ਮੈਂ ਬੜਾ ਧਾਰਮਿਕ ਹਾਂ, ਵੇਦ ਕਿਤਾਬਾਂ ਪੜ ਥੱਕੇ ਸਿੱਧੀਆਂ ਕਰਦੇ ਆ, ਧਰ ਕੇ ਘਸ ਕੇ ਮੱਥੇ, ਨਾ ਰੱਬ ਤੀਰਥ ਨਾ ਰੱਬ ਮੱਕੇ। ਬਿਲਕੁਲ ਕਹਿੰਦਾ ਬੁੱਲਿਆ ਇਸ਼ਕ ਦੀ ਨਵੀਂ ਬਹਾਰ। ਤੋ ਉਹ ਕਹਿੰਦੇ ਆ ਕਿ ਤੂੰ ਹੀ ਕਿਤੇ ਆਪਣੇ ਆਪ ਨੂੰ ਧੋਖੇ ਚ ਭਰਮ ਚ ਤੇ ਨਹੀਂ ਪਾ ਕੇ ਬੈਠੇ। ਉਹ ਹੈਗਾ ਤੁਹਾਡੇ ਕੋਲ ਲੱਭਿਆ ਨਾਮ ਰੂਪੀ ਰਤਨ, ਜਿਹੜਾ ਨਹੀਂ ਹਿਲਦਾ, ਜਿਹਦੇ ਉੱਤੇ ਧੁੱਪ ਦਾ, ਛਾਂ ਦਾ, ਦਿਨ ਦਾ, ਰਾਤ ਦਾ, ਸਮੇਂ ਦਾ ਪ੍ਰਭਾਵ ਨਹੀਂ ਪੈਂਦਾ। ਉਹ ਜਿਹੜਾ ਨਹੀਂ ਖਿਸਕਦਾ ਆਤਮਾ, ਉਹਦਾ ਅਨੁਭਵ ਤੁਹਾਨੂੰ ਪ੍ਰਾਪਤ ਹੋਇਆ, ਉਹ ਬੜਾ ਜ਼ਰੂਰੀ ਹੈ।
ਕਿਉਂਕਿ ਅੱਖਰ ਤੇ ਉਹ 52 ਅੱਖਰਾਂ ਚ ਤੇ ਕਹਿੰਦੇ ਉਹ ਤੇ ਕਹਿੰਦੇ ਆ 52 ਅੱਖਰਾਂ ਚ ਤੇ ਉਹ ਅੱਖਰ ਹੈ ਨਹੀਂ, ਕਿਉਂਕਿ ਉਹ ਤੇ ਆਤਮਾ ਹੈ। ਆਤਮਾ ਦੇ ਬਾਰੇ ਕੋਈ ਵੀ ਨਹੀਂ ਦੱਸ ਸਕਦਾ। ਬਿਲਕੁਲ ਹਾਂ, ਉਹ ਇੱਕ ਅਨੁਭਵ ਦਾ ਵਿਸ਼ਾ ਹੈ। ਹਾਂਜੀ ਨਿਜੋ ਸਾਹਿਬ। 52 ਅੱਖਰਾਂ ਦੇ ਦੁਆਰਾ ਕਹਿੰਦੇ ਆ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਮੇਰੇ ਕੋਲ ਤਾਂ 52 ਅੱਖਰ ਹੀ ਆ, ਇਹਦੇ ਨਾਲ ਹੀ ਮੈਂ ਕਮਿਊਨੀਕੇਸ਼ਨ ਕਰ ਸਕਦਾ ਹਾਂ। ਪਿਆਰਿਓ, ਜੇ ਪਛਾਣ ਲਓਗੇ ਤੇ ਤੁਹਾਡੀ ਮਰਜ਼ੀ ਆ। ਜੇ ਤੂੰ ਸ਼ੁਰੂ ਕਰ ਦੂ, ਜਿਹੜਾ ਵੀ ਪ੍ਰੈਕਟੀਕਲ ਕਰਨਾ ਸ਼ੁਰੂ ਕਰ ਦੂਗਾ, ਜਿਹੜਾ ਵੀ ਆਪਣੇ ਅੰਦਰ ਜਿਹੜਾ ਹੈਗਾ, ਆਪਣੇ ਅੰਦਰ ਆਪਣੇ ਮਨ ਨੂੰ ਜਿਹੜਾ ਹੈਗਾ, ਮਨ ਨੂੰ ਦੇਖਣਾ ਸ਼ੁਰੂ ਕਰ ਦੇਗਾ, ਆਪਣੇ ਚਿੱਤ ਦੇ ਵਿਚਾਰਾਂ ਨੂੰ ਜਿਹੜਾ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਛੱਡਣਾ ਸ਼ੁਰੂ ਕਰ ਦੇਗਾ। ਅਤੇ ਜਿਹਦਾ ਚਿੱਤ ਜਿਹੜਾ ਹੈਗਾ ਉਹ ਉਹਨਾਂ ਦੇ ਰਾਮਾਨੰਦ ਜੀ ਨਹੀਂ ਕਹਿੰਦੇ ਕਿ ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਕਹਿੰਦੇ ਕੋਈ ਚਿੱਤ ਦੇ ਉੱਤੇ ਹੁਣ ਕੋਈ ਜਿਹੜਾ ਹੈਗਾ ਵਿਚਾਰ ਆ ਹੀ ਨਹੀਂ ਰਿਹਾ। ਕਤ ਜਾਈਏ ਰੇ ਘਰੇ ਲਾਗੋ ਰੰਗ। ਕਿੱਥੇ ਜਾਈਏ ਕਹਿੰਦੇ, ਹੁਣ ਘਰ ਦੇ ਵਿੱਚ ਹੀ ਤਾਂ ਰੰਗ ਲੱਗ ਗਿਆ। ਕਹਿੰਦੇ ਕੋਈ ਡਿਸਪਲੇ ਤੇ ਕੋਈ ਹੈ ਹੀ ਨਹੀਂ, ਕਹਿੰਦੇ ਕੋਈ ਇੱਕ ਵੀ ਜਿਹੜਾ ਹੈਗਾ ਫਿਲਮ ਨਹੀਂ ਆ ਰਹੀ ਉਹਦੇ ਉੱਤੇ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਹੁਣ ਆਪਾਂ ਇਸ ਨੂੰ ਸਮਝੀਏ ਕਿ ਇਹ ਜਿਹੜਾ ਧਿਆਨ ਆ, ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ, ਪ੍ਰਾਪਤੀ ਕਾਹਦੀ ਹੋਣੀ ਹੈ? ਧਿਆਨ ਦੀ। ਇੱਛਾ ਕਿਹਨੇ ਪੈਦਾ ਕਰਨੀ ਹੈ ਤੁਹਾਡੇ ਅੰਦਰ? ਸੰਗਤ ਨੇ। ਸੰਗਤ ਕਿਹੜੀ? ਜਿਹੜੀ ਠੀਕ ਹੋ ਰਹੀ ਹੈ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕੋਈ ਡਾਕਟਰ, ਸੰਗਤ ਵੀ ਉਹੀ ਚਾਹੀਦੀ। ਡਾਕਟਰ ਕੋਲ ਜਾ ਕੇ ਹਾਂਜੀ, ਜਿਹੜੀ ਠੀਕ ਹੋ ਰਹੀ ਹੈ। ਬਿਲਕੁਲ ਜਿਹੜੇ ਹੈਗੇ ਦਵਾਈ ਲੈ ਰਹੀ ਆ, ਇਹ ਦਵਾਈ ਲੈ ਰਹੀ ਆ, ਉਹੀ ਸੰਗਤ ਹੈਗੀ। ਜਿਹੜੀ ਉਹ ਡਾਕਟਰ ਕੋਲ ਗਈ, ਉਹ ਡਾਕਟਰ ਦੀ ਦਵਾਈ ਖਾਧੀ, ਉਹ ਕਹਿੰਦਾ ਜੀ ਮੇਰੀ ਇਹ ਫਲਾਨੀ ਬਿਮਾਰੀ ਠੀਕ ਹੋਈ ਜੀ। ਬਿਲਕੁਲ। ਉਹ ਬਾਬੇ ਕੋ, ਉਹ ਡਾਕਟਰ ਕੋਲ ਪਹੁੰਚ ਜਾਓ। ਹੁਣ ਜਿਹੜੇ ਡਾਕਟਰ ਕੋਲ ਜਾਓਗੇ, ਕਮ ਸੇ ਕਮ ਰੈਫਰੈਂਸ ਤੇ ਲੈ ਕੇ ਜਾਓਗੇ। ਤੁਸੀਂ ਕਹੋਗੇ ਫਲਾਣੇ ਬੰਦੇ ਨੇ ਦਵਾਈ ਖਾਧੀ, ਉਹ ਠੀਕ ਹੋ ਗਿਆ, ਸਾਨੂੰ ਵੀ ਸਹੀ ਕਰੋ। ਬਿਲਕੁਲ। ਹੁਣ ਇੱਥੇ ਵੀ ਉਹੀ ਹੋ। ਬਿਲਕੁਲ। ਮੈਂ ਆਪਣੀ ਨਾ ਪਹਿਲੀ ਪਾਤਸ਼ਾਹੀ ਕਹਿੰਦੀ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਨੀ ਹੈ। ਬਸ ਉਹ ਸਤ ਸੰਗਤ ਆ ਕਹਿੰਦੇ, ਜਿੱਥੇ ਜਿਹੜਾ ਹੈਗਾ ਉਹ ਦਵਾਈ ਖਾਧੀ ਜਾ ਰਹੀ ਆ ਧਿਆਨ ਸਿਮਰਨ ਵਾਲੀ, ਉਹ ਆ ਸਤ ਸੰਗਤ ਭਾਈ। ਹਾਂ, ਤੇ ਉੱਥੇ ਦਵਾਈ ਖਾਓਗੇ ਤੇ ਰੋਗ ਤੋਂ ਮੁਕਤੀ ਮਿਲ ਜੂਗੀ। ਕਿਹੜੇ ਰੋਗ ਤੋਂ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ। ਡਾਇਰੈਕਟ ਇਹਨਾਂ ਨਾਲ ਲੜਨ ਦੀ ਲੋੜ ਨਹੀਂ। ਭੋਗ ਯੋਗ ਬਣ ਜਾਓ। ਹਾਂ ਬਿਲਕੁਲ। ਹੁਣ ਇਹ ਦਵਾਈ ਖਾਣ ਦੀ ਜਿਹੜੀ ਇੱਛਾ ਵਾ, ਉਹ ਕਦੋਂ ਪੈਦਾ ਹੋਣੀ ਆ? ਜਦੋਂ ਉਹਨਾਂ ਲੋਕਾਂ ਨੇ ਰੌਲਾ ਪਾਇਆ ਤੁਹਾਡੇ ਆਂਢ ਗੁਆਂਢ, ਬਈ ਮੈਂ ਠੀਕ ਹੋ ਗਏ, ਅਸੀਂ ਠੀਕ ਹੋ ਗਏ। ਫਿਰ ਮੇਰੇ ਵਰਗਾ ਬੈਠਾ ਸੋਚਦਾ ਵਾ ਯਾਰ ਸਾਰਾ ਪਿੰਡ ਠੀਕ ਹੋ ਗਿਆ ਤੇ ਮੈਂ ਇੱਥੇ ਗਿਆ ਹੀ ਨਹੀਂ ਅਜੇ ਤੱਕ। ਮੈਂ ਬਿਮਾਰੀ ਦੇ ਨਾਲ ਹੀ ਹਰ ਦਿਨ ਪੰਗਾ ਲੈ ਰਿਹਾ। ਔਰ ਬਿਮਾਰੀ ਕਿਹੜੀ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬਿਲਕੁਲ ਠੀਕ ਹੈ। ਇਹੋ ਹੀ ਮਨ ਦੀ ਬਿਮਾਰੀ ਹੁੰਦੀ ਹੈ, ਮੁੜ ਕੇ ਤਨ ਚ ਆ ਜਾਂਦੀ ਹੈ। ਹੋਰ ਕੀ ਹੈ? ਪਹਿਲਾਂ ਕੋਈ ਵੀ ਬਿਮਾਰੀ ਪਹਿਲਾਂ ਮਨ ਚ ਹੀ ਪ੍ਰਗਟ ਹੁੰਦੀ ਹੈ, ਬਾਅਦ ਚ ਤਨ ਚ ਆਉਂਦੀ ਹੈ। ਠੀਕ ਹੈ ਨਿਜਾ ਸਾਹਿਬ, ਅੱਗੇ ਚੱਲੀਏ। ਬਹੁਤ ਵਧੀਆ ਗੁਰਕੀ ਸਾਹਿਬ। ਕਬੀਰ ਕੋਠੀ ਕਾਠ ਕੀ ਦੈ ਦਿਸ ਲਾਗੀ ਆਗ, ਪੰਡਤ ਜਲ ਮੂਰਖ ਉਬਰੇ ਭਾਗ। ਹੁਣ ਇੱਥੇ ਦੇਖ ਲਓ, ਕਹਿੰਦੇ ਲੱਕੜ ਦੀ ਕੋਠੀ ਹੈਗੀ, ਲੱਕੜ ਦਾ ਘਰ ਹੈਗਾ, ਔਰ 10 ਪਾਸਿਆਂ ਤੋਂ, ਚਾਰੋਂ ਪਾਸਿਆਂ ਤੋਂ ਅੱਗ ਲੱਗ ਰਹੀ ਹੈ। ਵੀ ਉੱਪਰੋਂ ਥੱਲਿਓਂ ਚਾਰੋਂ ਪਾਸੇ ਉਹਦੇ ਵਿੱਚ ਅੱਗ ਲੱਗੀ ਹੋਈ ਹੈ। ਹੁਣ ਆਪਣਾ ਜਿਹੜਾ ਹੈਗਾ ਦੇਖ ਲਓ, ਪੰਡਤ ਜਲ ਮੂਰਖ ਉਬਰੇ ਭਾਗ। ਕਬੀਰ ਜੀ ਕਹਿੰਦੇ ਵਾਹ ਕਮਾਲ ਦੀ ਗੱਲ ਹੋ ਗਈ। ਕਹਿੰਦੇ ਜਿਹੜੇ ਪੰਡਤ ਸਿਆਣੇ ਸੀਗੇ, ਉਹ ਸਾਰੇ ਜਲ ਕੇ ਮਰ ਗਏ ਉਹਦੇ ਵਿੱਚ ਹੀ। ਔਰ ਜਿਹੜੇ ਮੂਰਖ ਸੀਗੇ, ਉਹ ਕਹਿੰਦੇ ਆ ਦੌੜ ਕੇ ਨਿਕਲ ਗਏ ਉਹਦੇ ਵਿੱਚੋਂ ਦੀ ਬਾਹਰ। ਹੁਣ ਇਹਦੇ ਵਿੱਚ ਭੇਤ ਕੀ ਹੈਗਾ? ਕਬੀਰ ਕੋਠੀ ਕਾਠ ਕੀ ਦੈ ਦਿਸ ਲਾਗੀ ਆਗ। ਇਹ ਜਿਹੜਾ ਹੈਗਾ ਇਨਸਾਨ ਹੈਗਾ, ਇਨਸਾਨ ਦਾ ਜੀਵਨ ਹੈਗਾ, ਉਹਦੇ ਵਿੱਚ ਜਿਹੜਾ ਹੈਗਾ ਤ੍ਰਿਸ਼ਨਾ ਦੀ ਅੱਗ, ਇਹ ਕਾਮ, ਕ੍ਰੋਧ, ਲੋਭ, ਹੰਕਾਰ, ਇਹ ਆਪਣਾ ਜੀਵਨ ਸਾੜ ਰਹੇ ਆ। ਆਤਮਿਕ ਯਾਤਰਾ ਹੋ ਨਹੀਂ ਰਹੀ। ਆਪਾਂ ਵਿੱਚ ਹੀ ਸੜ ਜਾਂਦੇ ਹਾਂ, ਖਤਮ ਹੋ ਜਾਂਦੀ ਹੈ ਮਨੁੱਖੀ ਜੀਵਨ, ਚਾਂਸ ਚਲੇ ਜਾਂਦਾ। ਆਪਾਂ ਜਿਹੜੇ ਹੈਗੇ ਬਾਹਰ ਪ੍ਰਾਪਰਟੀ ਆ ਘਰ ਬਣਾ ਲਓ, ਖੋਰ ਬਣਾ ਲਓ, ਪ੍ਰਾਪਰਟੀ ਜ਼ਮੀਨ ਲੈ ਲਓ, ਆਹ ਲੈ ਲਓ, ਬਸ ਇਹਦੇ ਵਿੱਚ ਹੀ ਲੱਗੇ ਹੋਏ ਆ। ਬਸ ਆਹੀ ਕੰਮ ਕਰਨ ਦੇ ਵਿੱਚ ਲੱਗੇ ਰਹਿੰਦੇ ਹਾਂ ਆਪਾਂ। ਸਿਆਣਪ ਇਹਦੇ 'ਚ ਹੀ ਦਿਖਾਉਂਦੇ ਆ ਬਈ ਸਾਡਾ ਮੁੰਡਾ ਵੱਡਾ, ਜਿਹੜੇ ਦੇਖੋ ਕਿੰਨਾ ਵਧੀਆ ਉਹਨੇ ਆਹ ਬਣਾ ਲਿਆ, ਫਲਾਨਾ ਕਰ ਲਿਆ, ਟਿਮਕਾ ਕਰ ਲਿਆ। ਇਹਨੂੰ ਕਹਿੰਦੇ ਆ ਪੰਡਤ।
ਇਹ ਸਿਆਣੇ ਜਿਹੜੇ ਹੈਗੇ, ਕੁਛ ਜਿਹੜੇ ਹੈਗੇ ਪ੍ਰਚਾਰਕ ਜਿਹੜੇ ਹੁੰਦੇ ਆ ਮੇਰੇ ਵਰਗੇ ਜਿਹੜੇ ਆਪ ਧਿਆਨ ਸਿਮਰਨ ਕਰਦੇ ਨਹੀਂ ਆ, ਔਰ ਬਾਹਰ ਜਿਹੜੀਆਂ ਦੂਸਰਿਆਂ ਨੂੰ ਬਥੇਰਾ ਜਿਹੜਾ ਹੈਗਾ ਬੋਲ ਕੇ ਸਮਝਾਉਂਦੇ ਆ, ਉਹ ਵੀ ਕਹਿੰਦੇ ਆ ਉਹ ਵੀ ਜਲ ਕੇ ਮਰ ਗਏ ਭਾਈ ਇਹਦੇ ਵਿੱਚ ਹੀ। ਮੂਰਖ ਉਭਰੇ ਭਾਗ, ਮੂਰਖ ਜਿਹੜੇ ਹੈਗੇ ਜਿਨ੍ਹਾਂ ਨੇ ਕੁਛ ਬਣਾਇਆ ਨਹੀਂ ਆ, ਜਿਨ੍ਹਾਂ ਨੇ ਕੁਛ ਜਿਹੜਾ ਹੈਗਾ ਇਹਦੇ ਵਿੱਚ ਜਿਹੜੇ ਹੈਗੇ ਆ ਇਹ ਜਿਹੜੇ ਚਾਰ ਛਪੇਰੇ ਜਿਹੜੀ ਹੈਗੀ ਆ, ਇਹ ਤ੍ਰਿਸ਼ਨਾ ਜਿਨ੍ਹਾਂ ਦੇ ਅੰਦਰ ਨਹੀਂ ਹੈਗੀ ਆ, ਉਹ ਜਿਹੜੇ ਹੈਗੇ ਉਹਨਾਂ ਨੂੰ ਪਤਾ ਲੱਗਿਆ, ਥੋੜ੍ਹਾ ਨੁਕਤਾ ਲੱਭ ਗਿਆ, ਪਤਾ ਲੱਗ ਗਿਆ ਬਈ ਆਇਆ ਧਿਆਨ ਸਿਮਰਨ, ਉਹਨਾਂ ਨੇ ਜਿਹੜਾ ਹੈਗਾ ਇਸ ਮਾਰਗ 'ਤੇ ਚੱਲ ਕੇ ਔਰ ਨਿਕਲ ਜਾਣਾ ਹੈ ਭਾਈ, ਬਚ ਜਾਣਾ ਹੈ। ਹਾਂਜੀ ਵੀਰ ਜੀ। ਹਾਂਜੀ ਨਿਜਰ ਸਾਹਿਬ, ਇੱਥੇ ਦੋ ਗੱਲਾਂ ਹੋਈਆਂ ਨੇ, ਇੱਕ ਤੇ ਪੰਡਿਤ ਜਲ ਮੁਏ, ਮੂਰਖ ਉਭਰੇ ਪਾ। ਉੱਪਰ ਕਹਿੰਦੇ ਕਬੀਰ ਕੋਠੀ ਕਾਟ ਕੀ ਦਹਿ ਦਿਸ ਲਾਗੇ ਆਗ। ਕਹਿੰਦੇ ਆ ਕਿ ਇਹ ਸਰੀਰ ਰੂਪੀ ਇੱਕ ਕੋਠੀ ਹੈ, ਇਹਨੂੰ ਅੱਗ ਲੱਗੀ ਹੋਈ ਆ, ਹਰ ਦਿਨ ਇਹ ਸੜ ਰਿਹਾ, ਤੇ ਜਿਹੜੇ ਮਨੁੱਖ ਡਾਕਟਰ ਨਹੀਂ ਬਦਲਦੇ, ਦਵਾਈ ਨਹੀਂ ਬਦਲਦੇ, ਇਹ ਉਹਨਾਂ ਦੀ ਗੱਲ ਕੀਤੀ ਹੈ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖਤਮ ਨਹੀਂ ਹੋ ਰਿਹਾ ਨਾ, ਔਰ ਉਹ ਪੁਰਾਣੀ ਦਵਾਈ ਖਾਈ ਜਾ ਰਿਹਾ। ਇਹੀ ਤਾਂ ਅੱਗ ਹੈਗੀ ਆ, ਇਹੋ ਪੰਡਤ ਹੈ। ਪੰਡਤ ਦਾ ਮਤਲਬ ਜਿਹੜਾ 20-25 ਸਾਲ ਤੋਂ ਇੱਕ ਦਵਾਈ ਖਾ ਰਿਹਾ ਹੈ, ਪਰ ਉਹ ਸੋਚਦਾ ਕੁਛ ਰਿਜ਼ਲਟ ਆ ਜੇ, ਔਰ ਰਿਜ਼ਲਟ ਕਿੱਥੋਂ ਆਊਗਾ? ਆਪ ਜਸਟ ਸੋਚੋ, ਮੇਰੀ ਤਨਖਾਹ 300 ਰੁਪਈਆ ਵਾ, 25-30 ਸਾਲ ਤੋਂ ਮੈਂ ਸੇਮ ਕੰਮ ਕਰ ਰਿਹਾ, ਔਰ ਅੱਗੇ 100 ਸਾਲ ਕਰਨ ਦੇ ਨਾਲ ਉਹ 300 ਵਧੂਗੀ। ਜਿਹੜੇ ਤਰੀਕੇ ਨਾਲ ਪਹਿਲਾਂ ਪ੍ਰੋਗਰੈਸ ਹੋਈ ਆ, ਅੱਗੇ ਵੀ ਪ੍ਰੋਗਰੈਸ ਹੋਤੀ ਹੈ, ਤਰੱਕੀਆਂ ਨਾ ਹੋਣੀ। ਜੇਕਰ ਮੈਂ ਬਦਲਾਅ ਕਰਨਾ ਚਾਹੁੰਦਾ ਹੈ ਤੇ ਮੈਨੂੰ ਆਪਣੇ ਜੀਵਨ ਵਿੱਚ ਬਦਲਾਅ ਕਰਨਾ ਪਊਗਾ, ਕਿਉਂਕਿ ਜਿਹੜੀ ਚੀਜ਼ ਮੈਂ ਕਰ ਰਿਹਾ ਉਹਦੇ ਨਾਲ ਤੇ ਜਿੰਨਾ ਕੁ ਨਿਕਲਣਾ ਸੀ ਉਹ ਤੇ ਨਿੱਜਾ ਸਭ ਉਹਨਾਂ ਕੀ ਨਿਕਲੂਗਾ ਆਊਟਪੁੱਟ। ਹੁਣ ਇੱਥੇ ਇੱਕ ਚੀਜ਼ ਨੂੰ ਸਮਝੋ, ਇਹ ਕੋਈ ਸ਼ੇਅਰ ਮਾਰਕੀਟ ਥੋੜੀ ਹੈ ਉਛਾਲ ਆ ਜਾਣਾ ਮੁੜ ਕੇ। ਥੋੜੇ ਲਾਏ ਤੇ ਜ਼ਿਆਦਾ ਬਣ ਜਾਣਗੇ, ਨਹੀਂ, ਇੱਥੇ ਜਿੰਨੇ ਕਲਾਉਣੇ ਉਹਨੇ ਕੀ ਬਣਨੇ। ਠੀਕ ਹੈ, ਇੱਥੇ ਜਿਹੜੇ ਪੰਡਿਤ ਹੁੰਦੇ ਨੇ, ਪੰਡਿਤ ਦਾ ਮਤਲਬ ਜਿਹੜੇ ਦਵਾਈ ਨਹੀਂ ਬਣਨਾ ਚਾਹੁੰਦੇ, ਜਿਹੜੇ ਆਪਣੇ ਇੱਕ ਮਨ ਦੇ ਸੁਣਦੇ ਆ, ਮਨ ਦੇ ਮਗਰ ਲੱਗਦੇ ਆ, ਆਪਣਾ ਜੀਵਨ ਬਤੀਤ ਕਰਦੇ ਆ। ਤੇ ਬਾਣੀ ਚ ਕਤੋਕ ਆਉਂਦੀ ਆ, ਅਬਰ ਉਪਦੇਸ਼ੇ ਆਪ ਨਾ ਕਰੇ, ਹਾਵਤ ਜਾਵਤ ਜਨਮੈ ਮਾਰੇ। ਇਹ ਵੀ ਪੰਡਿਤ ਹੁੰਦੇ, ਲੋਕਾਂ ਨੂੰ ਉਪਦੇਸ਼ ਕਰਦੇ, ਤੇ ਜਦੋਂ ਜਾਈਏ ਉਹਨਾਂ ਦੇ ਘਰ, ਉਹਨਾਂ ਦਾ ਜੀਵਨ ਬੜਾ ਛੋਟਾ ਹੁੰਦਾ, ਆਪ ਉਹ ਫੇਲ ਹੁੰਦਾ ਬੰਦਾ। ਉਹ ਜੀਵਨ ਦੇ ਉੱਪਰ ਕਹਿੰਦਾ ਹੈ ਕਿ ਏਦਾਂ ਕਰੋ ਓਦਾਂ ਕਰੋ, ਪਰ ਜੇਕਰ ਉਹਨੂੰ ਪੁੱਛੀਏ ਵੀ ਤੂੰ ਪਾਸ ਹੈ ਇਸ ਇਮਤਿਹਾਨ ਚੋਂ, ਉਹ ਕਹਿੰਦਾ ਮੈਂ ਪਾਸ ਤੇ ਹੈਗਾ, ਪਰ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ। ਉਹ ਘਰ ਵਾਲਿਆਂ ਤੋਂ ਪੁੱਛ ਲਓ, ਉਹਨਾਂ ਦੇ ਘਰ ਵਾਲੇ ਆਪੇ ਦੱਸ ਦੇਣਗੇ, ਘਰਦੇ ਨੇ ਆਪੇ ਦੱਸ ਦੇਣਾ। ਠੀਕ ਹੈ ਜੀ। ਉਹ ਕਹਿੰਦੇ ਆ ਕਿ ਡਾਕਟਰ ਜਿਹੜਾ ਵਾ, ਡਾਕਟਰ ਦਾ ਆਪਣਾ ਇਲਾਜ ਹੋਣ ਵਾਲਾ ਹੈ, ਪਰ ਲੋਕਾਂ ਦਾ ਇਲਾਜ ਕਰੀ ਜਾਂਦਾ, ਪ੍ਰੋਬਲਮ ਹੋ ਜਾਏਗੀ। ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ, ਇਹ ਸਰੀਰ ਇੱਕ ਲੱਕੜ ਦਾ, ਉਹ ਕਹਿੰਦੇ ਨੇ ਇੱਕ ਚੀਜ਼ ਹੈ, ਘਰ, ਲੱਕੜ ਦਾ ਘਰ। ਹਾਂ, ਤੇ ਹੁਣ ਮੇਰੇ ਵਰਗਾ ਆਪਣੇ ਅਧੂਰੇ ਗਿਆਨ ਨੂੰ ਹੀ ਕਵੇ ਕਿ ਮੈਂ ਪੂਰਾ ਗਿਆਨ ਦੇ ਨਾਲ ਭਰਿਆ, ਤੇ ਕੋਈ ਚੰਗੀ ਚੀਜ਼ ਨਹੀਂ ਨਾ। ਔਰ ਉਹਦੇ ਵਿੱਚ ਨੁਕਸਾਨ ਕਿਹਦਾ? ਮੇਰਾ ਆਪਣਾ। ਆਪ ਇੱਕ ਚੀਜ਼ ਨੂੰ ਸਮਝੋ, ਤੁਹਾਡੇ ਕੋਲ ਨਕਲੀ ਦਵਾਈ ਹੋ, ਤੁਹਾਨੂੰ ਪਤਾ ਹੈ, ਔਰ ਤੁਸੀਂ ਉਹਨੂੰ ਰੱਖ ਕੇ ਬੈਠੇ ਹੋ ਤੇ ਕਹੋ ਕਿ ਕੱਲ ਨੂੰ ਕੋਈ ਬਿਮਾਰੀ ਆ ਜਾਏ, ਰੱਬ ਨਾ ਕਰੇ ਤੁਹਾਨੂੰ ਕੋਈ ਪ੍ਰੋਬਲਮ ਆ ਜਾਏ, ਔਰ ਤੁਹਾਨੂੰ ਇਹ ਪਤਾ ਹੈ ਕਿ ਇਹ ਨਕਲੀ ਦਵਾਈ ਆ, ਫਿਰ ਕੀ ਕਰੋਗੇ? ਤੇ ਆਪ ਉਹ ਖਾ ਕੇ ਠੀਕ ਹੋ ਸਕਦੇ ਜੋ। ਅੱਛਾ ਗੁਰਕੀ ਸਾਹਿਬ, ਇਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਐਡ ਕਰਨਾ ਚਾਹੁੰਦਾ ਵੀ, ਚਲੋ ਜੇ ਤੁਹਾਡੇ ਕੋਲ ਨਕਲੀ ਦਵਾਈ ਹੈ ਉਹਨੇ ਤਾਂ ਕੁਛ ਕਰਨਾ ਨਹੀਂ, ਚਲੋ ਉਹ ਤਾਂ ਠੀਕ ਆ। ਹੁਣ ਜੇ ਅਸਲੀ ਦਵਾਈ ਵੀ ਹੋਏ ਤੇ ਉਹਦੀ ਆਪਾਂ ਸੀਲ ਹੀ ਨਾ ਖੋਲੀਏ ਉਹ ਦਵਾਈ ਦੀ, ਉਹ ਦਵਾਈ ਐਵੇਂ ਪਈ ਰਹੇ, ਤੇ ਆਪਾਂ ਨੂੰ ਕੋਈ ਫਾਇਦਾ ਕਰੂਗੀ ਉਹ? ਇਹ ਵੀ ਪੰਗਾ ਜੀ, ਦਵਾਈ ਖਾਣੀ ਤੇ ਪੈਣੀ ਹੈ। ਹਾਂ ਠੀਕ ਹੈ ਜੀ, ਪਰ ਨਿਜਰ ਸਾਹਿਬ ਕਈ ਲੋਕ ਨਕਲੀ ਦਵਾਈ ਵੀ ਘਰ ਚ ਰੱਖ ਕੇ ਬੈਠੇ ਰਹਿੰਦੇ ਆ। ਬਿਲਕੁਲ, ਉਹ ਤਾਂ ਹੈ ਹੀ, ਉਹ ਤਾਂ ਮੈਜੋਰਟੀ ਹੈਗੀ ਆ। ਉਹ ਜਿਹੜੇ ਬਾਬੇ ਜਿਹੜੇ ਕਹਿੰਦੇ ਨੇ ਰਾਮ
ਅਵਰ ਉਪਦੇਸ਼ ਆਪ ਨਾ ਕਰੇ। ਜਿਨ੍ਹਾਂ ਨੇ ਆਪ ਨਹੀਂ ਕੀਤਾ ਉਹ ਨਕਲੀ ਦਵਾਈ ਦੇ ਦਿੰਦੇ ਲੋਕਾਂ ਨੂੰ ਨਾਮ ਦੀ। ਬਿਲਕੁਲ ਦਿੰਦੇ ਆ ਜੀ, ਬਿਲਕੁਲ ਦਿੰਦੇ ਆ। ਤੇ ਲੋਕੀ ਰੱਖ ਲੈਂਦੇ ਨੇ ਜਮਾ ਕਰਕੇ ਕਿ ਵੀ ਇਹ ਦਵਾਈ ਮਿਲੀ ਹੈ ਤੇ ਅਸੀਂ ਮੁਕਤ ਆ, ਪਰ ਉਹ ਦਵਾਈ ਤੇ ਸੂੰ ਪਟਾਕਾ ਹੈਗੀ ਆ, ਉਹਨੇ ਚੱਲਣਾ ਹੀ ਨਹੀਂ ਮੌਕੇ ਤੇ। ਹਾਂ, ਕਿਉਂਕਿ ਉਹਨਾਂ ਦੀ ਪਬਲਿਸਿਟੀ ਜ਼ਿਆਦਾ ਹੈ ਨਾ। ਅੱਜ ਕੱਲ੍ਹ ਦੇਖ ਲਓ ਕੋਈ ਵੀ ਚੀਜ਼ ਹੈਗੀ ਆ, ਦੇਖੋ ਇਹ TV ਤੇ ਇੰਟਰਨੈਟ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਦੇਖ ਲਓ, ਮੋਬਾਈਲ ਦੇ ਉੱਤੇ ਪਬਲਿਸਿਟੀ ਹੈ ਹਰ ਇੱਕ ਚੀਜ਼ ਦੀ। ਸਾਰੇ ਇੱਕ ਪਬਲਿਸਿਟੀ ਦੇ ਨਾਲ ਜਿਹੜੀ ਹੈਗੀ ਆ ਮਾਲ ਵਿਕਦਾ ਹੈ, ਭਾਵੇਂ ਉਹਦੇ 'ਚ ਕੱਖ ਵੀ ਨਾ ਹੋਏ। ਨਿੱਜਾ ਸਾਹਿਬ ਬ੍ਰਾਂਡਿੰਗ ਏਡੀ ਖਤਰਨਾਕ ਚੀਜ਼ ਆ। ਆਪ ਸਾਰੇ ਸਿਆਣੇ ਜੋ ਨਵਜੋਤ ਸਿੰਘ ਸਿੱਧੂ ਜਿਹੜਾ ਕਿੱਥੇ CM ਬਣਨ ਨੂੰ ਫਿਰਦਾ ਸੀ, ਇਸ ਟਾਈਮ ਉਹਦੀ MLA ਦੀ ਸੀਟ ਥੱਲੇ ਡਾ ਤੇ ਲੱਗ ਗਈ ਹੈ। ਦੇਖੋ ਮੀਡੀਆ ਕਿੱਡਾ ਖਤਰਨਾਕ ਚੀਜ਼ ਹੈ। ਸਾਡੇ ਹਲਕੇ 'ਚ ਇੱਕ ਬੜਾ ਮਸ਼ਹੂਰ ਸੀ, 15 ਸਾਲ ਤੋਂ ਜਿੱਤਣ ਦਿਆ, ਉਹ ਵੀ ਸੀਟ ਹਾਰ ਰਿਹਾ। ਮੀਡੀਆ ਦੇ ਵਿੱਚ ਪ੍ਰਚਾਰ ਐਡੀ ਖਤਰਨਾਕ ਚੀਜ਼ ਹੈ ਸਾਧ ਸੰਗਤ ਜੀ। ਮਤਲਬ ਬੰਦਾ ਜਿੱਦਾਂ ਸੋਚਦਾ ਨਾ, ਬੰਦੇ ਨੂੰ ਪਤਾ ਨਹੀਂ ਲੱਗਾ ਮੇਰੇ ਨਾਲ ਏਦਾਂ ਹੋ ਗਿਆ। ਉਹਨੂੰ ਪਤਾ ਹੀ ਉਦੋਂ ਲੱਗਾ ਕਿ 5-7 ਦਿਨਾਂ 'ਚ ਸਾਰੀ ਗੇਮ ਘੁਮਾਤੀ ਅਗਲਿਆਂ ਨੇ। ਮੀਡੀਆ ਦੇ ਨਾਲ ਲੋਕਾਂ ਦੀ ਸੋਚ ਬਦਲ ਦਿੰਦੇ ਨੇ ਲੋਕੀ। ਬ੍ਰਾਂਡਿੰਗ ਕਹਿੰਦੇ ਇਹਨੂੰ, ਬ੍ਰਾਂਡਿੰਗ ਕਹਿ ਸਕਦੇ ਹਾਂ ਆਪਾਂ। ਨਿੱਜਾ ਸਾਹਿਬ ਗੁਰਕੀ ਸਾਹਿਬ ਉਹ ਕਹਿੰਦੇ ਆ ਜਿੰਨਾ ਝੂਠ ਤੁਸੀਂ ਨਾ ਹਿਟਲਰ ਨੇ ਚਲਾਇਆ ਸੀ, ਜਿੰਨਾ ਝੂਠ ਤੁਸੀਂ ਲੋਕਾਂ ਦੇ ਮਨ 'ਚ ਪਾਈ ਜਾਓ, ਝੂਠ ਨੂੰ ਸੱਚ ਕਰ ਦਿੰਦਾ ਮੀਡੀਆ। ਬਿਲਕੁਲ। ਉਹ ਬ੍ਰਾਂਡਿੰਗ ਨੇ ਵੇਖ ਲਓ ਕਰਤਾ। ਉਹ ਬ੍ਰਾਂਡਿੰਗ ਜਿਹੜੀ ਹੈਗੀ ਹੈ ਬੜੀ ਖਤਰਨਾਕ ਚੀਜ਼ ਹੈ। ਕਿਸੇ ਵੀ ਚੀਜ਼ ਦੀ ਨਕਲੀ ਬ੍ਰਾਂਡਿੰਗ, ਓਰੀਜਨਲ ਪ੍ਰੋਡਕਟ ਨਾ ਹੋਵੇ। ਹੁਣ ਉਹ ਪਤਾ ਨਹੀਂ ਕਿਹੜਾ ਕਹਿੰਦੇ ਸੀ ਕਿ ਨਕਲੀ ਜਿਹੜਾ ਹੈ ਉਹਨੂੰ ਇੰਨਾ ਚਮਕਾ ਦਿੰਦੇ ਆ, ਅਸਲੀ ਉਹਦੇ ਸਾਹਮਣੇ ਨਿੱਜਰ ਸਭ ਫਿੱਕਾ ਪੈ ਜਾਂਦਾ। ਬਿਲਕੁਲ, ਮਾਲਕ ਨੇ ਇਹੀ ਕੁਛ ਤਾਂ ਕਰਕੇ ਰੱਖਿਆ ਹੋਇਆ। ਪਰਮਾਤਮਾ ਨੇ ਵੀ ਤਾਂ ਇਹੀ ਚਲਾਕੀ ਖੇਡੀ ਆ। ਪਰਮਾਤਮਾ ਨੇ, ਉਹਨੇ ਵੀ ਤਾਂ ਸਾਰੀ ਜਿਹੜੀ ਆ ਮਾਇਆ ਚਮਕਾ ਕੇ ਰੱਖੀ ਹੋਈ ਆ ਪੂਰੀ। ਨਿੱਜਰ ਸਾਹਿਬ ਬ੍ਰਾਂਡਿੰਗ, ਮਾਇਆ ਦੀ ਬ੍ਰਾਂਡਿੰਗ ਨਾਲ ਦੀ ਬ੍ਰਾਂਡਿੰਗ ਕੋਈ ਨਹੀਂ। ਹਾਂ, ਬਹੁਤ ਚਮਕਾਉਂਦੀ। ਠੀਕ ਹੈ ਨਿੱਜਰ ਸਾਹਿਬ, ਅੱਗੇ ਚੱਲੀਏ। ਇਹ ਬਹੁਤ ਕਮਾਲ ਦੀ ਚੀਜ਼ ਹੈ ਗੁਰਕੀ ਸਾਹਿਬ। ਦੇਖ ਲਓ, ਇਹ ਟ੍ਰਿਕ ਸਮਝਣੀ ਚਾਹੀਦੀ ਆਪਾਂ ਨੂੰ। ਮੈਨੇ ਬ੍ਰਾਂਡਿੰਗ ਵੇਖ ਲਓ, ਨਕਲੀ ਤੇ ਬ੍ਰਾਂਡਿੰਗ ਕਰ ਦਿੰਦਾ। ਵੈਸੇ ਵੀ ਇੱਕ ਕਹਾਵਤ ਹੈਗੀ ਆ, ਕਹਿੰਦੇ ਜਿਹੜਾ ਸੱਚ ਹੈ ਉਹ ਪੱਥਰ ਵਰਗਾ ਹੈ, ਤੇ ਜਿਹੜਾ ਝੂਠ ਹੁੰਦਾ ਨਾ ਉਹ ਮਖਮਲ 'ਚ ਲਪੇਟਿਆ ਹੁੰਦਾ। ਬੜਾ ਖਤਰਨਾਕ ਹੁੰਦਾ ਹੈ। ਔਰ ਜਦੋਂ ਸਾਨੂੰ ਕੋਈ ਝੂਠ ਪਰੋਸਦਾ ਹੈ ਨਾ, ਤੇ ਅਸੀਂ ਬੜੇ ਸਵਾਦ ਲਾ ਲਾ ਕੇ ਖਾਂਦੇ ਹਾਂ, ਪਰ ਅਸੀਂ ਇਹ ਨਹੀਂ ਵਹਿੰਦੇ ਕਿ ਇਹ ਤੇ ਜ਼ਹਿਰ ਹੈਗਾ। ਖਾ ਤੇ ਲੈਂਦੇ ਆਪਾਂ ਲੋਕਾਂ ਦੀ। ਕੋਈ ਬੰਦਾ ਸਾਡੇ ਕੰਨ 'ਚ ਫੂਕ ਮਾਰ ਦਿੰਦਾ ਹੈ, ਬਈ ਉਹ ਤੇਰਾ ਭੈਣ ਭਰਾ ਜਾਂ ਫਲਾਨਾ, ਤੇਰੀ ਪਤਨੀ ਆ ਠੀਕ ਨਹੀਂ ਹੈਗੇ। ਉਹ ਇੰਨੇ ਤਰੀਕੇ ਨਾਲ, ਇੰਨੇ ਮਿੱਠੇ ਤਰੀਕੇ ਨਾਲ ਸਾਡੇ ਕੰਨ 'ਚ ਫੂਕ ਮਾਰਦਾ ਹੈ, ਅਸੀਂ ਐਨ ਕੰਨ ਨਹੀਂ ਲਾਉਂਦੇ ਤੇ ਸੁਣ ਕੇ ਘਰੇ ਚੱਲ ਜਾਂਦੇ ਹਾਂ। ਔਰ ਉਹ ਜਿਹੜਾ ਝੂਠ ਹੁੰਦਾ ਹੈ, ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ। ਦੇਖ ਲਓ, ਜਿਹੜਾ ਹੀਰਾ ਹੁੰਦਾ ਹੈ ਨਾ, ਹੀਰਾ ਜਿਹੜਾ ਹੈਗਾ ਉਹ ਜਿਹੜਾ ਹੈਗਾ, ਉਹ ਜਦ ਤੱਕ ਤਰਾਸ਼ੋ ਨਾ ਹੀਰੇ ਨੂੰ, ਜਿਹੜਾ ਹੈਗਾ ਹੀਰੇ ਦਾ ਪਤਾ ਹੀ ਨਹੀਂ ਲੱਗਦਾ ਉਹਦੇ ਬਾਰੇ ਜਿਹੜਾ ਹੈਗਾ। ਉਹ ਤਾਂ ਜਿਹੜਾ ਹੈਗਾ ਨਕਲੀ ਹੀਰੇ ਤਾਂ ਬਿਲਕੁਲ ਇੰਨੇ ਚਮਕ ਹੁੰਦੀ ਹੈ ਉਹਨਾਂ ਦੇ ਵਿੱਚ, ਅਸਲੀ ਦੇ ਵਿੱਚ। ਔਰ ਕੋਹਿਨੂਰ ਦੇਖ ਲਓ, ਔਰੰਗਜ਼ੇਬ ਜਿਹੜਾ ਸੀਗਾ, ਕੋਹਿਨੂਰ ਹੀਰੇ ਦੇ ਨਾਲ ਰਾਤ ਨੂੰ ਜਿਹੜਾ ਹੈਗਾ ਉਹ ਕੁਰਾਨ ਸ਼ਰੀਫ ਪੜ੍ਹ ਲੈਂਦਾ ਸੀਗਾ। ਦੇਖ ਲਓ, ਕਰੋ ਗੱਲਾਂ। ਮਤਲਬ ਕਹਿਣ ਤੋਂ ਭਾਵ ਹੈ ਕਿ ਹੀਰਾ ਤੇ ਅੰਦਰੋਂ ਜਿਹੜਾ ਅਸਲੀ, ਉਹ ਤੇ ਅਸਲੀ ਹੈ। ਪਰ ਜਿਹੜਾ ਬਾਹਰੋਂ ਬ੍ਰਾਂਡਿੰਗ ਕੀਤੀ ਹੈ, ਉਹ ਤੇ ਹੁਣ ਬਾਹਰੋਂ ਤੇ ਮੇਰੇ ਵਰਗੇ ਨੂੰ ਇੱਥੋਂ ਕੋਟ ਪਵਾ ਦੋ, ਇੱਥੇ ਟਾਈ ਲਾ ਦੋ, ਤੇ ਉੱਥੇ ਬੂਟ ਬਾੜ ਪਾ ਕੇ ਮੇਰੇ ਤੇ ਮੇਕਅਪ ਕਰਕੇ ਘੜੀ ਘੁੜੀ ਲਾ ਕੇ ਵਧੀਆ ਤੇ ਮੈਨੂੰ ਭੇਜ ਦੋ। ਅਗਲੇ ਨੇ ਕਹਿਣਾ ਪਤਾ ਨਹੀਂ ਕੋਈ ਅਫਸਰ ਹੈ। ਪਰ ਜਿੰਨਾ ਚਿਰ ਤੱਕ ਮੈਂ ਬਾਹਰੋਂ ਕੱਜਿਆ ਮੈਂ ਅਫਸਰ ਲੱਗਣਾ ਹੈ। ਹੁਣ ਅੰਦਰ ਤੇ ਮੈਂ ਕੀ ਹੈਗਾ, ਖੱਦਰ ਭੰਡਾਰ। ਬ੍ਰਾਂਡਿੰਗ ਏਦਾਂ ਦੀ ਹੁੰਦੀ ਆ ਕਿ ਜਿਹੜਾ ਸਿਆਣਾ ਬੰਦਾ ਨਾ, ਉਹਦੀ ਵੈਲਿਊ ਪਤਾ ਨਹੀਂ ਲੱਗਦੀ ਬੰਦੇ ਨੂੰ। ਇੱਕ ਨਕਲੀ ਨੂੰ ਤੁਸੀਂ ਕੱਪੜੇ ਪਵਾ ਕੇ ਉਹਨੂੰ ਸਾਹਿਬ ਬਣਾ ਸਕਦੇ ਜੋ, ਉਹਨੂੰ ਅਫਸਰ ਬਣਾ ਸਕਦੇ ਜੋ। ਇੰਨਾ ਫਰਕ ਹੈ ਨਿੱਜਾ ਸਾਹਿਬ। ਬਿਲਕੁਲ। ਇੱਕ ਨਕਲੀ ਬੰਦਾ, ਕੌਡੀ ਦਾ ਬੰਦਾ, ਜਿਹਨੂੰ ਕੋਈ ਗਿਆਨ ਨਹੀਂ, ਜਿਹਨੂੰ ਇਹ ਨਹੀਂ ਪਤਾ ਕਿ ਦੁਨੀਆ ਕਿੱਧਰ ਹੈ ਤੇ ਮੈਂ ਕਿੱਧਰ ਆ, ਉਹ ਬੰਦਾ ਇੱਕ ਮਹਿੰਗੀ 40-50 ਲੱਖ ਦੀ, ਕਰੋੜ ਰੁਪਏ ਦੀ ਕਾਰ 'ਚ ਉਤਰਦਾ ਤੇ ਵੇਖ ਲਿਓ ਉਹਦੇ ਕੱਪੜੇ ਕੁੱਪੜੇ ਵੇਖ ਕੇ ਲੋਕਾਂ ਨੇ ਪ੍ਰਭਾਵਿਤ ਹੋ ਜਾਣਾ। ਔਰ 5-7 ਵੇਲੜ ਉਹਦੇ ਨਾਲ ਖੜੇ ਕਰ ਦੋ, ਬੋਡੀਗਾਰਡ, ਹੋਰ ਪ੍ਰੈਸ਼ਰ। ਜੇ ਉਹਨਾਂ ਕੋਲ ਬੰਦੂਕਾਂ ਹੋਣ ਤੇ ਹੋਰ ਪ੍ਰੈਸ਼ਰ।
ਲੋਕਾਂ ਨੇ ਉਹਦੇ ਕੋਲ ਪਹੁੰਚ ਜਾਣਾ ਕਿ ਇਹ ਪਤਾ ਨਹੀਂ ਕਿੰਨਾ ਕਿ ਇੰਟੈਲੀਜੈਂਟ ਹੈ, ਜਦ ਕਿ ਉਹਦੇ ਪੱਲੇ ਕੁਝ ਵੀ ਨਹੀਂ ਹੋਣਾ। ਨਿੱਜਰ ਸਾਹਿਬ ਇੰਨਾ ਪ੍ਰਭਾਵ ਜੋ ਬ੍ਰਾਂਡਿੰਗ ਦਾ। ਹਾਂ, ਤੀਜਾ ਵਿਚਾਰਾ ਚੰਗਾ ਬੰਦਾ ਵਾ, ਉਹ ਬੋਧੀ ਧਰਮੇ ਵਾਂਗੂ ਉਹਨੇ ਜੁੱਤੀਆਂ ਹੱਥ 'ਚ ਫੜੀਆਂ ਹੋਣੀਆਂ, ਪਰ ਉਹ ਅੰਦਰੋਂ ਗਿਆਨ ਹੈ। ਹਾਂਜੀ ਗੁਰਕੀ ਸਾਹਿਬ, ਸੌਰੀ ਟੂ ਇੰਟਰਪਟ, ਉਹ ਜਿਹੜਾ ਜਰਮਨ ਦਾ ਫਿਲਾਸਫਰ ਸੀਗਾ ਉਹ ਕਹਿੰਦਾ ਸੀ ਰਿਪੀਟ ਅ ਲਾਈ ਆਫਟਨ ਐਂਡ ਇਟ ਬਿਕਮਸ ਟਰੂਥ। ਝੂਠ ਨੂੰ ਹਿਟਲਰ ਕਹਿੰਦਾ ਸੀ ਕਿ ਕਹਿੰਦਾ ਇਹਨੂੰ ਰਿਪੀਟ ਕਰੀ ਜਾਓਗੇ ਨਾ, ਇੱਕ ਦਿਨ ਲੋਕਾਂ ਨੇ, ਪਬਲਿਕ ਨੇ ਮੰਨ ਲੈਣਾ ਇਹ ਸੱਚ ਆ। ਔਰ ਇਹ ਐਰਕੀ ਦੀ ਲੈਕਚਰ 'ਚ ਮੈਂ ਵੇਖਿਆ, ਉਹ ਜਿਹੜੇ ਸੁੱਤੇ ਰਹਿ ਗਏ ਸੀ ਨਾ, ਉਹ ਸੁੱਤੇ ਹੀ ਰਹਿ ਗਏ, ਉਹਨਾਂ ਨੇ ਕਿਤੇ ਵੇਖਿਆ ਹੀ ਨਹੀਂ। ਪਰ ਉਹ ਹੁਣ ਦੂਜਾ ਬੰਦਾ ਨਿੱਜਰ ਸਾਹਿਬ, ਤੁਹਾਨੂੰ ਪਤਾ ਜਦੋਂ ਆਪਾਂ ਰੇਸ ਦੀ ਖੇਡ ਵੇਖੋ ਨਿੱਜਰ ਸਾਹਿਬ, ਉਹ ਜ਼ਿਆਦਾ ਫਰਕ ਨਹੀਂ ਹੁੰਦਾ, ਉਹ ਕੇਵਲ 5-7 ਫੁੱਟ ਦਾ ਹੀ ਫਰਕ ਹੁੰਦਾ ਵਾ ਬਿਲਕੁਲ ਜੇ ਧਾਰ ਦਾ। ਤੇ ਜਦੋਂ ਮਗਰਲਾ ਬੰਦਾ 10-12 ਫੁੱਟ ਅੱਗੇ ਲੰਘ ਜੇ, ਉਹ ਦੂਜਾ ਤੇ ਮਿਲ ਹੀ ਨਹੀਂ ਸਕਦਾ ਉਹਨੂੰ ਨਾ, ਭਾਵੇਂ ਜਿਹੜਾ ਮਰਜ਼ੀ ਖਿਡਾਰੀ ਹੋਵੇ, ਜਿਹੜਾ ਅੱਗੇ ਲੰਘ ਗਿਆ ਉਹ ਤੇ ਲੰਘ ਗਿਆ, ਬਿਲਕੁਲ ਬਹੁਤ ਅੱਗੇ ਲੰਘ ਗਿਆ, ਮੁੜ ਕੇ ਤੇ ਉਹ 5-7 ਫੁੱਟ ਕਿੱਥੋਂ ਕਵਰ ਹੋਣਾ ਹੈ। ਸੋ ਇਹ ਸੱਚ ਆ। ਇਸ ਕਰਕੇ ਬ੍ਰਾਂਡਿੰਗ ਤੋਂ ਬਚਿਆ ਕਰੋ। ਬ੍ਰਾਂਡਿੰਗ ਜਿਹੜੀ ਨਕਲੀ ਹੁੰਦੀ ਹੈ ਨਾ, ਜਿੱਥੇ ਚਮਕ ਆ, ਬਹੁਤ ਜ਼ਿਆਦਾ ਚਮਕ, ਉਸ ਤੋਂ ਥੋੜਾ ਜਿਹਾ ਆਪਣੇ ਨੂੰ ਬਚਾ ਕੇ ਰੱਖੋ, ਪਰ ਆਪਣੀ ਬੁੱਧੀ ਦਾ ਇਸਤੇਮਾਲ ਕਰੋ। ਫਿਰ ਜਿੱਥੇ ਮਰਜ਼ੀ ਚੱਲ, ਫਿਰ ਕੋਈ ਤਰਕ ਦੇ ਸਿਰ ਤੇ ਲੈ ਕੇ ਆਓ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬੁੱਧੀ ਦਿੱਤੀ, ਗਿਆਨ ਦਿੱਤਾ, ਉਹ ਕਹਿੰਦੇ ਗਿਆਨ ਦਾ ਇਸਤੇਮਾਲ ਕਰੋ। ਪਰ ਜੇ ਕੋਈ ਗਿਆਨ ਦੇ ਕੇ ਉਹਦੇ ਨਕਸ਼ੇ ਕਦਮ ਤੇ ਉਤਰਦਾ ਹੈ ਤੇ ਉਹਨੂੰ ਸਵੀਕਾਰ ਕਰੋ, ਉਹਨੂੰ ਏਦਾਂ ਨਾ ਸਵੀਕਾਰ ਕਰੋ ਉਹਨੂੰ ਜਿੱਦਾਂ ਆਪਾਂ ਫਰੂਟ ਨਹੀਂ ਬਹਿੰਦੇ। ਦੇਖੋ ਆਪਾਂ ਬਾਜ਼ਾਰੋਂ ਸੇਬ ਖਰੀਦਣੇ ਆ, ਹੁਣ ਮੇਰੇ ਵਰਗੇ ਨੇ 70 ਰੁਪਏ ਲਾਉਣੇ ਆ। ਜਿੱਦਣ ਮੈਨੂੰ ਕੋਈ ਕਵੇ ਨਾ 100 ਰੁਪਏ ਦੇ ਸੇਬ ਹੈ, ਨਿੱਜਰ ਸਾਹਿਬ 5 ਮਿੰਟ 3-4 ਮਿੰਟ ਮੈਨੂੰ ਵੱਧ ਲਾਉਣੇ ਪੈਂਦੇ ਆ। ਦੁਕਾਨਾਂ ਵੀ 3-4 ਤੇ ਜਾਂਦਾ ਮੈਂ, ਕਿਉਂਕਿ ਮਨ ਦੀ ਸੰਤੁਸ਼ਟੀ ਵਾਸਤੇ ਵੇਖਣਾ ਹੁੰਦਾ ਕਿ ਫਰੂਟ ਸੱਚੀ ਹੈ, ਇਹ 100 ਰੁਪਏ ਦਾ ਹੈਗਾ, ਫਿਰ ਆਪਾਂ ਨੂੰ ਖਰੀਦਦੇ ਆ। ਇਸੇ ਹੀ ਤਰ੍ਹਾਂ ਗਿਆਨ ਨੂੰ ਪਰਖੋ, ਗਿਆਨ ਨੂੰ ਚੈੱਕ ਕਰੋ, ਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ। ਔਰ ਉਹ ਗਿਆਨ ਸਹੀ ਹੈ ਜਾਂ ਗਲਤ ਆ, ਉਹਦਾ ਕੀ ਫਰਕ ਆ, ਸਾਡੇ ਜੀਵਨ 'ਚ ਉਚਾਈ ਆਉਣੀ ਜ਼ਰੂਰੀ ਹੈ। ਨਹੀਂ ਤੇ ਫਿਰ ਉੱਤੇ ਵੇਖ ਲਓ ਪੰਡਤ ਵਾਲਾ ਕੰਮ ਹੋ ਜਾਣਾ ਜੀ, ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ। ਅੱਗੇ ਚਲੀ ਨਿੱਜਰ ਸਾਹਿਬ। ਹਾਂਜੀ, ਔਰ ਗਿਆਨ ਜਿਹੜਾ ਹੈਗਾ ਨਾ, ਆਪਣੇ ਗੋਰਖੀ ਸਾਹਿਬ, ਗਿਆਨ ਆਪਾਂ ਨੇ ਲੈਣਾ ਹੈ, ਲਾਜ਼ਮੀ ਹੈਗਾ। GPS ਜਿਹੜਾ ਹੈਗਾ ਕਿ ਚੱਲਣਾ ਕਿੱਧਰ ਨੂੰ ਹੈ, ਔਰ ਜਿਹੜਾ ਹੈਗਾ ਜਦ ਆਪਾਂ ਮੰਜ਼ਿਲ ਤੇ ਪਹੁੰਚ ਗਏ ਤੇ ਫਿਰ ਗਿਆਨ ਦਾ ਕੀ ਕਰਨਾ ਹੈ। ਆਪਾਂ ਨੇ ਗਿਆਨ ਲੈਣਾ ਹੀ ਇਸ ਵਾਸਤੇ ਹੈਗਾ। ਚਾਹੀਦੇ ਨੇ। ਹਾਂਜੀ ਨਿੱਜਰ ਸਾਹਿਬ, ਜਿੱਦਾਂ ਆਪਾਂ ਜਦੋਂ ਆਪਾਂ ਨਦੀ ਪਾਰ ਕਰ ਜਾਂਦੇ ਆ, ਫਿਰ ਕਿਸ਼ਤੀ ਦੀ ਲੋੜ ਨਹੀਂ ਪੈਂਦੀ। ਬਿਲਕੁਲ ਸਹੀ ਗੱਲ ਹੈ, ਉਹੀ ਚੀਜ਼ ਹੈ। ਗਿਆਨ ਲੈਣਾ ਹੀ ਇਸ ਵਾਸਤੇ ਹੈ ਕਿ ਆਪਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਜ਼ੀਰੋ ਤੇ ਕਰਨਾ ਹੈ, ਜਿਵੇਂ ਪੈਦਾ ਹੋਏ ਆ ਉਵੇਂ ਦਾ ਕਰਨਾ ਹੈ ਆਪਾਂ ਨੇ, ਬਸ ਇਸ ਵਾਸਤੇ ਗਿਆਨ ਲੈਣਾ ਹੈ। ਨਿੱਜਰ ਸਾਹਿਬ ਗਿਆਨ ਤੁਹਾਡੀ ਕਿਸ਼ਤੀ ਹੈ। ਹਾਂ, ਕਿਉਂਕਿ ਗਿਆਨ ਤੋਂ ਬਿਨਾਂ ਧਰਮ ਨਹੀਂ ਹੋਣਾ। ਬਿਲਕੁਲ। ਤੇ ਕਿਸ਼ਤੀ ਤੋਂ ਬਿਨਾਂ ਪਾਣੀ 'ਚ ਡੁੱਬ ਜਾਗੇ ਆਪਾਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕਬੀਰ ਜੀ ਇਹੀ ਗੱਲ ਅਗਲੇ ਸ਼ਲੋਕ ਦੇ ਵਿੱਚ ਕਹਿ ਰਹੇ ਆ, ਸੇਮ ਦੀ ਸੇਮ ਗੱਲ। ਆ ਦੇਖ ਲਓ ਭਾਈ, ਅਸੀਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਹੇ ਭਾਈ। ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ ਕਹਿੰਦੇ ਸਹਿਮ ਕਹਿੰਦੇ ਸੰਸੇ ਨੂੰ ਦੂਰ ਕਰ ਤੇਰੇ ਨੂੰ। ਕੋਈ ਤੇਰੇ ਕੋਲ ਤੂੰ ਤਾਂ ਕੋਈ ਇੱਧਰ ਨੂੰ ਖਿੱਚ ਰਿਹਾ, ਤੂੰ ਉੱਧਰ ਨੂੰ ਵੀ ਤੁਰ ਪੈਣਾ ਹੈ। ਕੋਈ ਇੱਧਰ ਨੂੰ ਕਹਿ ਦਿੰਦਾ ਹੈ ਜ਼ਿਆਦਾ ਪਬਲਿਸਿਟੀ ਹੋ ਗਈ, ਉੱਧਰ ਨੂੰ ਤੁਰ ਪੈਣਾ ਹੈ। ਤੈਨੂੰ ਪਤਾ ਹੀ ਨਹੀਂ ਹੈ ਤੂੰ ਜਾਣਾ ਕਿੱਧਰ ਨੂੰ ਹੈਗਾ। ਤੂੰ ਤਾਂ ਜਿਹੜੇ ਹੈਗੇ ਸਾਰਾ ਇਹ ਗਿਆਨ ਜਿਹੜਾ ਹੈਗਾ ਇਕੱਠਾ ਕਰੀ ਜਾ ਰਿਹਾ ਅੰਦਰ ਆਪਣੇ। ਕਹਿੰਦੇ ਇਹਨੂੰ ਬਹਾ ਦੇ, ਇਹਨੂੰ ਛੱਡ ਦੇ। 52 ਅੱਖਰ ਸੋਧ ਕੇ ਹਰ ਚਰਣੀ ਚਿੱਤ ਲਾਏ। ਕਹਿੰਦੇ ਗਿਆਨ ਲੈ ਪਿਆਰਿਆ, ਇਹਨੂੰ ਜਿਹੜਾ ਵਿਵੇਕ ਦਾ ਇਹਨੂੰ ਪਰਖ ਤਾਂ ਸਹੀ ਗਿਆਨ ਨੂੰ, ਇਹਦੀ ਸੁਧਾਈ ਤਾਂ ਕਰ ਲਾ, ਇਹਦੇ ਵਿੱਚੋਂ ਤੱਤ ਵਸਤੂ ਤਾਂ ਕੱਢ ਲਾ ਬਈ ਜਾਣਾ ਕਿਹੜੇ ਪਾਸੇ ਨੂੰ ਹੈਗਾ। ਧਿਆਨ ਸਿਮਰਨ ਕਰਨਾ ਹੈ ਆਪਣੇ ਅੰਦਰ ਜਿਹੜਾ ਹੈਗਾ ਪਰਮੇਸ਼ਰ ਦੇ ਚਰਨ ਜਿਹੜੇ ਸ਼ਬਦ ਜਿਹੜਾ ਹੈਗਾ ਆਤਮਿਕ ਯਾਤਰਾ ਕਰਨੀ ਆ। ਤੂੰ ਆਪਣੇ ਜਿਹੜੇ ਹੈਗੇ ਮਨ ਦੇ ਵਿੱਚ ਵੜਨਾ ਹੈ, ਸੁਰਤ ਨੂੰ ਅੰਦਰਲੇ ਪਾਸੇ ਲੈ ਕੇ ਜਾਣਾ ਆ, ਤੇ ਆਹ ਗਿਆਨ ਤੋਂ ਲੈ ਕੇ ਤੇ ਆਹ ਕਾਰਵਾਈ ਕਰ ਲਾ। ਨਹੀਂ ਤਾਂ ਤੇਰਾ ਜਿਹੜਾ ਹੈਗਾ ਇਹ ਗਿਆਨ ਨੇ ਕੁਛ ਨਹੀਂ ਕਰਨਾ। ਇਹ ਗਿਆਨ ਜਿਹੜਾ ਹੈਗਾ
ਇਹਦੇ ਨਾਲ ਵੀ ਤੂੰ ਡੁੱਬੀ ਜਾਣਾ ਹੈ ਭਾਈ। ਜੇ ਕਿਸ਼ਤੀ ਸਿਰ ਤੇ ਚੱਕ ਕੇ ਲਈ ਜਾਓ ਤੇ ਦਰਿਆ ਦੇ ਅੰਦਰ ਕਿਸ਼ਤੀ ਨੂੰ ਜਿਹੜਾ ਹੈਗਾ ਉਹਦੇ ਤੇ ਬੈਠੋ ਹੀ ਨਾ, ਤੇ ਉਹਦੇ ਨਾਲ ਕੀ ਹੋ ਜਾਊਗਾ ਭਾਈ। ਹਾਂਜੀ ਵੀਰ ਜੀ। ਹਾਂਜੀ, ਮੈਂ ਥੋੜਾ ਸੌਖਾ ਕਰ ਦੇਣਾ। ਕਹਿੰਦੇ ਕਿ ਦਵਾਈ ਕਿਸ ਲਈ ਖਾਣੀ ਹੈ? ਦਿਖਾਵੇ ਲਈ। ਹਾਂ, ਜੇ ਤੇ ਦਵਾਈ ਦਿਖਾਵੇ ਲਈ ਖਾ ਰਹੇ ਜੋ, ਤੇ ਫਿਰ ਤਾਂ ਕੋਈ ਸਿਆਣਪ ਵਾਲਾ ਕੰਮ ਨਹੀਂ ਹੈ। ਹਾਂ, ਜੇ ਦਵਾਈ ਇਸ ਕਰਕੇ ਖਾਣੀ ਆ ਕਿ ਰੋਗ ਦੂਰ ਹੋ ਜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜਾ ਰਾਗ ਤੇ ਦਵੈਸ਼ ਵਾਲਾ ਰੋਗ ਦੂਰ ਹੋਵੇ, ਤੇ ਫਿਰ ਤੇ ਦਵਾਈ ਖਾਣ ਦਾ ਫਾਇਦਾ। ਹੁਣ ਦਵਾਈ ਮੈਂ ਖਾਣੇ ਆ, ਇਹ ਦੂਰ ਨਹੀਂ ਹੋਣਦੇ। ਹਾਂ, ਤੇ ਫਿਰ ਮੈਂ ਸਿਆਣਾ ਵਾਂ, ਬੜਾ ਚਤਰ ਹੈ। ਬਾਣੀ ਕਹਿੰਦੀ ਤੂੰ ਮੂਰਖ ਹੈ। ਕਿਉਂ ਮੂਰਖ ਹੈ? ਤੇਰੇ ਸੰਸ਼य ਦੂਰ ਨਹੀਂ ਹੋ ਰਹੇ। ਉਹ ਤੂੰ ਕਲੀਅਰ, ਤੇਰੀ ਜ਼ਿੰਦਗੀ 'ਚ ਕਲੈਰਿਟੀ ਨਹੀਂ ਆਈ ਅਜੇ ਤੱਕ, ਤੈਨੂੰ ਪਤਾ ਹੀ ਨਹੀਂ ਲੱਗਾ ਤੱਕ ਕਰਨਾ ਕੀ ਹੈ। 40-45 ਸਾਲ ਤੇ ਤੂੰ ਪਹਿਲਾਂ ਹੀ ਕੱਢ ਲਏ, ਤੇ ਹੁਣ ਵੀ ਉਹੀ ਫਾਰਮੂਲੇ। ਉਹ ਕਹਿੰਦੇ ਸੀ ਨਾ ਕਿ ਜਿਹੜਾ ਸਾਇੰਟਿਸਟ ਸੀ ਉਹ ਕਹਿੰਦਾ ਕਿ ਉਹ 5000 ਉਹਨੇ ਫਾਰਮੂਲੇ ਵਰਤੇ, ਬੱਤੀ ਪੈਦਾ ਕਰ ਲਈ। ਤੇ ਉਹ ਸ਼ਾਗਿਰਦ ਕਹਿੰਦੇ ਛੱਡੋ ਖੜਾ ਜੀ, ਇਹ ਹੁਣ ਤੇ ਫਾਇਦਾ ਕੋਈ ਨਹੀਂ। ਉਹ ਕਹਿੰਦਾ ਇੰਨਾ ਤੇ ਮੈਨੂੰ ਪਤਾ ਲੱਗ ਗਿਆ ਨਾ ਕਿ ਇਹ 5 ਬੱਤੀ ਨਹੀਂ ਜੋ ਪੈਦਾ ਹੁੰਦੀ। ਹਾਂ, ਇਹ 5000 ਤੋਂ ਬੱਤੀ ਨਹੀਂ ਪੈਦਾ ਹੁੰਦੀ। ਬਿਲਕੁਲ ਸਹੀ ਹੈ। ਉਹਦਾ ਫਿਲਾਮੈਂਟ ਆ ਉਹ ਨਹੀਂ ਬਣ ਰਿਹਾ ਇਹਦੇ ਨਾਲ। ਹਾਂ, ਇੰਨਾ ਮੈਨੂੰ ਪਤਾ ਲੱਗ ਗਿਆ। ਤੋ ਕਹਿਣ ਤੋਂ ਭਾਵੇਂ ਉਹ ਕਹਿੰਦੇ ਕਿ ਤੁਹਾਡੀ ਜ਼ਿੰਦਗੀ ਦਾ ਫਿਲਾਮੈਂਟ ਕਦੋਂ ਜਗਣਾ ਵਾ? ਆਤਮਾ ਨੇ ਪ੍ਰਕਾਸ਼ਮਾਨ ਕਦੋਂ ਹੋਣਾ ਹੈ? ਤੁਸੀਂ ਸਵੈ ਚ ਅਸਤ ਕਦੋਂ ਹੋਣਾ ਹੈ? ਦਵਾਈ ਤੇ ਖਾਈ ਜਾਂਦੇ ਜੋ, ਆਊਟਪੁੱਟ ਵੇਖੋ। ਤੁਸੀਂ 15-20 ਦਿਨ 2-4 ਮਹੀਨੇ ਦਵਾਈ ਖਾਓ ਕਿਸੇ ਡਾਕਟਰ ਕੋਲੋਂ, ਤੇ ਤੁਸੀਂ ਕਹਿੰਦੇ ਜੀ ਦਫਾ ਕਰੋ ਇਹ ਡਾਕਟਰ ਨੂੰ, ਅਸੀਂ ਦੂਜੇ ਕੋਲ ਚੱਲੇ ਆ। ਇੱਥੋਂ ਤਾਂ ਆਰਾਮ ਨਹੀਂ ਆਉਂਦੇ ਆ। ਇੱਥੇ 20-25 ਸਾਲ ਤੋਂ ਦਵਾਈ ਖਾ ਛੱਡਦੇ ਜੋ, ਤੇ ਫੇਰ ਕਹਿੰਦੇ ਆ ਵੀ ਕਹਿੰਦੇ ਕਿ ਆ ਦੇਖੋ, ਉਹ ਤੇ ਕਹਿੰਦੇ ਆ ਕਿ ਤੂੰ ਇਹ ਚੀਜ਼ ਦੇ ਬਾਰੇ ਇਹਦਾ ਫੈਸਲਾ ਕਿਹਨੇ ਕਰਨਾ? ਬਾਣੀ ਤੇ ਕਹਿੰਦੀ ਤੂੰ ਕਰਨਾ ਜੇ ਗਵਾਂਢੀਆਂ ਨੇ ਕਰਨਾ। ਕੋਠੜੀ ਤੇ ਤੇਰੀ ਨੂੰ ਅੱਗ ਲੱਗੀ, ਗਵਾਂਢੀਆਂ ਦੀ ਤੇ ਆਪਣੀਆਂ ਨੂੰ। ਉਹ ਤੇ ਆਪਣੀ ਜ਼ਿੰਦਗੀ ਨੂੰ ਸਾਂਭਣਗੇ, ਉਹਨਾਂ ਦਾ ਉਹ ਸੈਕੰਡ ਮੈਟਰ ਹੈ। ਜਦੋਂ ਜਹਾਜ਼ 'ਚ ਨਹੀਂ ਬੈਠੇ ਹੁੰਦੇ, ਉਹ ਕਹਿੰਦਾ ਫਾਸਟਨ ਯੂਅਰ ਸੀਟ ਬੈਲਟ ਬਿਫੋਰ ਅਦਰ। ਕਹਿੰਦੇ ਦੂਜੇ ਨੂੰ ਬੈਲਟ ਲਾਉਣ ਤੋਂ ਪਹਿਲਾਂ ਤੁਸੀਂ ਆਪਣੇ ਆਪ ਦੀ ਬੈਲਟ ਲਾਓ। ਬਿਲਕੁਲ। ਉਹ ਮਾਸਕ ਵੀ ਕਹਿੰਦੇ ਪਹਿਲਾਂ ਆਪਣੇ ਮੂੰਹ ਨੂੰ ਲਾਉਣਾ। ਤੂੰ ਜਿੰਦਾ ਰਵੇਂਗਾ ਫਿਰ ਦੂਜੇ ਦੀ ਵੀ ਮਦਦ ਕਰ ਦੇਗਾ। ਤੂੰ ਦੂਜੇ ਨੂੰ ਲਾਉਣ ਗਿਆ ਤੇ ਉਹਨੂੰ ਵੀ ਲੱਭਣੀ ਤੇ ਤੈਨੂੰ ਵੀ ਪ੍ਰੋਬਲਮ ਆ ਜਾਣੀ। ਸੰਸਾ ਜਿਹੜਾ ਨਾ ਉਹ ਦੂਰ ਨਹੀਂ ਜਾਣਾ। ਫਿਰ ਕਹਿੰਦੇ ਸਾਰ ਵਸਤੂ ਕੱਢੀ ਹੈ ਤੁਸੀਂ ਆ ਵੇਲੋ ਤੁਕ ਜਿਹੋ ਕੁਝ ਲਿਖਿਆ ਜੋ। ਬਿਲਕੁਲ। ਕਹਿੰਦੇ ਆ 52 ਅੱਖਰ ਸੋਧ ਕੇ ਸੋਧੇ ਆ। ਉਹਨਾਂ ਚੋਂ ਘਿਓ ਕੱਢਿਆ ਕਹਿੰਦੇ, ਛਿੱਡੀ ਫੜ ਕੇ ਬੈਠਾ ਬਸ। ਕਹਿੰਦੇ ਕਿੱਦਣ ਕੱਢਣਾ ਸੀ ਇਹਦਾ ਘਿਓ? ਉਹ ਪ੍ਰੀਜ਼ਰਵ ਕਰਨਾ ਸੀ। ਘਿਓ ਖਰਾਬ ਥੋੜੀ ਹੁੰਦਾ। ਉਹ ਕਹਿੰਦੇ ਤੂੰ ਪ੍ਰੋਸੈਸ ਚ ਕਰਦਾ, ਆਪਣੀ ਬੁੱਧੀ ਚ ਲੱਸੀ ਵੱਖ ਕਰਦਾ, ਛਿੱਡੀ ਵੱਖ ਕਰਦਾ, ਫਿਰ ਮੱਖਣ ਕੱਢਦਾ, ਮੱਖਣ ਨੂੰ ਫੇਰ ਫਿਲਟਰ ਕਰਦਾ, ਗਰਮ ਕਰਦਾ, ਉਹਨੂੰ ਗਿਆਨ ਦੀ ਅਗਨ ਚ ਉਹਨੂੰ ਭੁੰਨਦਾ ਯੁਕਤੀ ਦੇ ਨਾਲ, ਫਿਰ ਉਹ ਛਿੱਡੀ ਨੂੰ ਵੱਖ ਕਰਕੇ ਫਿਰ ਦੇਸੀ ਘਿਓ ਨੂੰ ਪ੍ਰਾਪਤ ਕਰ ਲੈ। ਐਨ ਨਿੱਤਰ ਜਨਤਾ ਵੇਖੋ, ਐ ਸ਼ਹਿਦ ਵਰਗਾ ਬਣ ਜਾਂਦਾ ਐਨ ਪਿਓਰ। ਤੋ ਉਹ ਕਹਿੰਦੇ ਕਿ ਇਹਨੂੰ ਪ੍ਰੋਸੈਸ ਕਦੋਂ ਕਰਨਾ ਹੈ? ਤੂੰ ਕੀਤਾ ਹੀ ਨਹੀਂ, ਤੂੰ ਤਾਂ ਬੈਠਾ ਰਮਾਨ ਨਾਲ। ਹੁਣ ਤੂੰ ਜੋ ਫੜੀ ਫਿਰਦਾ ਉਹਦੇ ਬਹੁਤ ਸਾਰਾ ਵਾ, ਉਹਨੂੰ ਕਿੱਥੇ ਪ੍ਰੀਜ਼ਰਵ ਕਰੇਗਾ? ਉਹ ਤੇ ਤੇਰੇ ਕੋਲ ਸਾਂਭੇ ਨਹੀਂ ਜਾਣਾ। ਤੂੰ ਸਾਰ ਵਸਤੂ ਤੱਤ ਵਸਤੂ ਕੱਢੀ ਹੈ, ਜਿਹਦੇ ਨਾਲ ਤੇਰਾ ਭਰਮ ਦੂਰ ਹੋਣਾ ਸੀ। ਕਿਉਂਕਿ ਤੂੰ ਤੇ ਆਤਮਾ ਨੂੰ ਜਾਣਦਾ ਹੀ ਨਹੀਂ ਅਜੇ ਤੱਕ। ਤੂੰ ਤੇ ਬਸ ਉਹ ਗ੍ਰੰਥਾਂ ਨੂੰ ਪੜ੍ਹੀ ਜਾਂਦਾ, ਪੜ੍ਹ ਕੇ ਤੇ ਖੁਸ਼ੀ। ਉਹ ਵਿਵੇਕ ਵੇਦ ਪੜ੍ਹੇ ਤੇ ਪਾਠ ਪੜਿਓ ਔਰ ਵੇਦ ਵਿਚਾਰਿਓ, ਪਾਠ ਪੜਿਓ ਔਰ ਵੇਦ ਵਿਚਾਰਿਓ। ਨਿਵਲ ਭੁਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ। ਅਧਿਕ ਆਮ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਨ ਨਾ ਜਾਈ। ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਬੁੱਧ ਵਿਵੇਕਤਾ ਯੂਜ਼ ਨਹੀਂ ਕੀਤੀ। ਨਿਜਲ ਸਾਹਿਬ ਇੱਕ ਉਹ ਬੋਲ ਦੋ ਕਿ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਇਹ ਗ੍ਰੰਥਾਂ ਚ ਆ ਲਿਖਿਆ, ਝੂਠ ਏਦਾਂ ਲਿਖਿਆ, ਵੇਦ ਪੜਿਓ ਔਰ ਤੁਕ ਹੋ ਰਹੀ ਹੈ ਜਿੱਥੇ ਤੂੰ ਕਹਿੰਦਾ ਹੈ ਖੁਸ਼ ਹੁੰਨਾ ਦਾ ਖੁਸ਼ੀ ਬਾਤ। ਏਦਾਂ ਅਰਬੀ ਪਤਾ ਕਿਹੜੀ ਭਾਸ਼ਾ। ਹਾਂ, ਇੱਕ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾ। ਨਹੀਂ ਹਾਂਜੀ ਨਹੀਂ, ਇਹ ਨਹੀਂ ਨਿਜਲ ਸਾਹਿਬ। ਵੇਦ ਕਿਤਾਬਾਂ ਪੜ੍ਹ ਕੇ ਏਦਾਂ
ਉਹ ਕੁਝ ਹੈਗੀ ਹੈ ਤੁਕ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ, ਇਸ ਤਰ੍ਹਾਂ ਵੀ ਆਉਂਦਾ ਹੈ। ਹੋ ਰਿਹਾ ਉਹਦੇ ਵਿੱਚ ਹੈਗੀ ਹੈ ਤੁਕ, ਤੇ ਉਹ ਕਹਿੰਦਾ ਹੈ ਕਿ ਇਹ ਆਹ ਗਲਤ ਲਿਖਿਆ ਹੈ, ਇੱਥੇ ਇੰਝ ਲਿਖਿਆ ਹੈ, ਤੂੰ ਪੜ੍ਹ ਕੇ ਖੁਸ਼ੀ ਤੇ ਹੁੰਦਾ ਨਾ, ਤੇ ਉਹ ਏਦਾਂ ਦੀ ਲਿਖੀ ਕਿਤਾਬ। ਹਾਂਜੀ ਠੀਕ ਹੈ ਜੀ। ਇੱਥੇ ਪਲੀਜ਼ ਆਪਾਂ ਸਮਝੀਏ ਕਿ ਜਿਹੜਾ ਸੰਸ਼ਾ ਵਾ ਦੂਰ ਹੋਣਾ ਜ਼ਰੂਰੀ ਹੈ। ਸੰਸ਼ੇ ਦਾ ਮਤਲਬ ਪਤਾ ਕੀ ਜੇ? ਕਨਫਿਊਜ਼ਨ। ਖਰਗੋਸ਼ ਨੂੰ ਸੱਜੇ ਜਾਵਾਂ ਖੱਬੇ ਜਾਵਾਂ, ਉਹ ਕਹਿੰਦੇ ਕਲੀਅਰ ਕੱਟ ਕਰ ਲਾ, ਤੂੰ ਜਾਣਾ ਕਿੱਧਰ ਆ? ਅਜੇ ਤੂੰ ਉੱਥੇ ਮੋੜ ਤੇ ਖਲੋਤਾ ਵਾ, 4 ਸੜਕਾਂ ਨਿਕਲਦੀਆਂ ਨੇ, ਤੂੰ ਜਾਣਾ ਕਿਹਨੂੰ ਆ? ਇਹਦਾ ਫੈਸਲਾ ਕਰ ਲਾ, ਕਿਉਂਕਿ ਤੂੰ ਅਜੇ ਪਹੁੰਚਿਆ ਨਹੀਂ ਆ, ਤੂੰ ਹਜੇ ਚਰਸਤੇ 'ਚ ਖਲੋਤਾ ਵਾ, ਕ੍ਰੋਸਿੰਗ ਦੇ ਵਿੱਚ। ਹਾਂਜੀ ਨਿਜਰ ਸਾਹਿਬ, ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਭਰਮ ਦਾ ਮਤਲਬ ਕੀ ਆ? ਨੋਟ ਕਲੈਰਿਟੀ। ਮੈਂ ਕੀ ਕਰਨਾ ਹੈ? ਹੁਣ ਇੱਕ ਬੰਦੇ ਨੂੰ ਕਹੋ, ਉਹ ਕਹਿੰਦਾ ਮੈਂ ਡਾਕਟਰ ਬਣਨਾ, ਕਹਿੰਦਾ ਮੈਂ ਇੰਜੀਨੀਅਰ ਬਣਨਾ, ਮੈਂ ਆਰਕੀਟੈਕਟ ਬਣੂ, ਮੈਂ ਪਾਇਲਟ ਬਣੂ। ਕਨਫਿਊਜ਼ਡ, ਉਹਨੂੰ ਪਤਾ ਨਹੀਂ ਉਹਨੇ ਕੀ ਕਰਨਾ, ਕਿਉਂਕਿ ਟਾਰਗੇਟ ਹੀ ਸੈੱਟ ਨਹੀਂ ਕੀਤਾ। ਹਾਂਜੀ ਅੱਗੇ ਚਲੀ ਨਜ਼ਰ ਸਾਹਿਬ। ਔਰ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਗੋਰਖੀ ਸਾਹਿਬ, ਜਿਹੜਾ ਧਿਆਨ ਸਿਮਰਨ ਆਪਾਂ ਨੇ ਕਰਨਾ ਆ, ਉਸ ਟਾਈਮ ਗਿਆਨ ਵੀ ਛੱਡਣਾ ਪਊਗਾ। ਇਹ ਗਿਆਨ ਵੀ ਜਿਹੜਾ ਹੈਗਾ ਰੁਕਾਵਟ ਪੈਦਾ ਕਰਦਾ ਹੈ, ਉਸ ਟਾਈਮ ਗਿਆਨ ਵੀ ਛੱਡਣਾ ਪੈਣਾ ਆਪਾਂ ਨੂੰ, ਜ਼ੀਰੋ ਹੋਣਾ ਹੈ ਨਿਜਰ ਸਾਹਿਬ। ਗਿਆਨ ਜੇ ਦੇਖੋ, ਜਿਹੜਾ ਤੁਹਾਡਾ ਗਿਆਨ ਹੈ ਨਾ, ਉਹਨੂੰ ਛੱਡਣ ਦੀ ਲੋੜ ਨਹੀਂ ਹੈ। ਜਿਹੜਾ ਤੁਹਾਡਾ ਆਪਣਾ ਨਾ, ਉਹ ਤਾਂ ਪ੍ਰੈਕਟੀਕਲ ਕਰ ਰਹੇ ਗੋਰਖੀ ਸਾਹਿਬ, ਉਹ ਤਾਂ ਪ੍ਰੈਕਟੀਕਲ ਕਰ ਰਹੇ ਆਪਣੇ ਅੰਦਰ, ਆਪਣੇ ਆਪ ਆ ਰਿਹਾ ਹੈ। ਜਿਹੜਾ ਆਪਾਂ ਨੇ ਲਿਆ ਹੈ, ਜਿਹੜਾ GPS ਹੈਗਾ, ਉਹ GPS ਜਿਹੜਾ ਹੈਗਾ, ਉਹਨੂੰ ਜਿਹੜਾ ਹੈਗਾ ਆਪਾਂ ਨੇ ਤੁਰਨਾ ਹੈ ਕਿ GPS ਹੀ ਨੂੰ ਦੇਖੇ ਜਾਣਾ ਆਪਾਂ ਨੇ। ਹਾਂ ਨਿਜਰ ਸਾਹਿਬ, ਜਦੋਂ ਤੁਸੀਂ ਮੰਜ਼ਿਲ ਤੇ ਪਹੁੰਚ ਗਏ, ਨਕਸ਼ਾ ਫਿਰ ਤੁਹਾਨੂੰ ਪਤਾ ਹੀ ਹੈ ਕਿ ਨਕਸ਼ਾ ਤੇ ਹੁਣ ਉਹਨਾਂ ਚਿਰ ਤੱਕ ਚਾਹੀਦਾ ਸੀ ਜਦ ਤੱਕ ਮੰਜ਼ਿਲ ਤੇ ਨਹੀਂ ਪਹੁੰਚੇ ਸਾਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਨਕਸ਼ਾ ਤੇ ਕਿਸ਼ਤੀ ਦਾ ਮਤਲਬ ਅਗਲੇ ਕਿਨਾਰੇ ਤੇ ਜਾਣਾ। ਹੁਣ ਜਦੋਂ ਅਗਲੇ ਕਿਨਾਰੇ ਤੇ ਚੱਲ ਗਏ ਤੇ ਕਿਸ਼ਤੀ ਤੇ ਆਟੋਮੈਟਿਕਲੀ ਉਹ ਛੱਡ ਕੇ ਉਹ 'ਚ ਉਤਰਾਂਗੇ ਤਾਂ ਹੀ ਅਗਲਾ ਕਿਨਾਰਾ ਪ੍ਰਾਪਤ ਹੋਣਾ ਨਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਉਹ ਆਟੋਮੈਟਿਕਲੀ ਛੁੱਟ ਜਾਣੀ। ਹਾਂਜੀ ਨਿਜਰ ਸਾਹਿਬ। ਅੱਗੇ ਕਬੀਰ ਜੀ ਕਹਿੰਦੇ ਕਿ ਪਿਆਰਿਆ ਦੇਖ, ਗੁਣ ਜਿਹੜੇ ਲਈ ਜਾ, ਔਰ ਤੂੰ ਜਿਹੜਾ ਹੈਗਾ ਆਪਣੇ ਗੁਣ ਨਾ ਛੱਡੀ, ਭਾਵੇਂ ਜਿਹਨੂੰ ਕਹੀ ਜੀ ਮਰਜ਼ੀ ਤੈਨੂੰ ਸੰਗਤ ਆ ਜਾਏ, ਕਿਹੇ ਜੇ ਮਰਜ਼ੀ ਲੋਕੀ ਤੈਨੂੰ ਰਸਤੇ ਦੇ ਵਿੱਚ ਡੇਗਣ ਦੀ ਕੋਸ਼ਿਸ਼ ਕਰਨ। ਕਬੀਰ ਸੰਤ ਨਾ ਛਾੜੇ ਸੰਤੀ, ਜੋ ਕੋਟਕ ਮਿਲੇ ਅਸੰਤ। ਕਹਿੰਦੇ ਸੰਤ ਜਿਹੜਾ ਹੈਗਾ ਉਹ ਆਪਣਾ ਸੰਤ, ਉਹ ਆਪਣੇ ਗੁਣ ਨਹੀਂ ਛੱਡਦਾ। ਜਿਵੇਂ ਇੱਕ ਸੰਤ ਸੀਗੇ ਵਿਚਾਰੇ, ਉਹਨਾਂ ਨੇ ਦੇਖਿਆ ਕਿ ਇੱਕ ਬਿੱਛੂ ਜਿਹੜਾ ਹੈਗਾ ਉਹ ਦਰਿਆ ਦੇ ਵਿੱਚੋਂ ਦੀ ਜਾ ਰਿਹਾ ਸੀਗਾ, ਡੁੱਬ ਰਿਹਾ ਸੀਗਾ। ਉਹਨਾਂ ਨੇ ਲੈ ਕੇ ਪੱਤਾ ਜਿਹਾ ਲੈ ਕੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਡੰਗ ਮਾਰਿਆ, ਭਰ ਮਾਰਿਆ, 16-17 ਵਾਰੀ ਡੰਗ ਮਾਰਿਆ ਉਹਨੂੰ। ਫਿਰ ਉਹ ਇੱਕ बार कहता बाबा जी छोड़ दो इसको, क्यों इसको जब डांग मार रहा है आप क्यों इसको पकड़ के बैठे? कहता ये अपना जिहड़ा हैगा ज़्यादा सुभाਅ नहीं छड्ड रहा, तो मैं क्यों अपना सुभाਅ छड्ड देवां? ਉਹੀ ਗੱਲ कबीर जी कह रहे हैं। कबीर संत ना छाड़े संती, जो कोटक मिले असंत। मलयागर भुयंगम बेड़ियो, तां शीतलता ना तजंत। देख लो मलयागर जिहड़ा हैगा, चंदन जिहड़ा हैगा, ਉਹਦੇ ਉੱਤੇ ਭਾਵੇਂ ਜਿੰਨੇ ਮਰਜ਼ੀ ਸੱਪ ਲਿਪਟ ਜਾਣ ਆ ਕੇ, ਕਿ ਉਹ ਜਿਹੜਾ ਹੈਗਾ ਚੰਦਨ ਜਿਹੜਾ ਹੈਗਾ ਆਪਣੀ ਸੁਗੰਧੀ ਜਿਹੜੀ ਹੈਗੀ, ਆਪਣਾ ਠੰਡਾਪੁਣਾ ਜਿਹੜਾ ਹੈਗਾ ਛੱਡ ਦਿੰਦਾ ਹੈ? ਕਹਿੰਦੇ ਉਹ ਤਾਂ ਨਹੀਂ ਛੱਡਦਾ ਭਾਈ। ਐਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਸੰਤ ਜਿਹੜੇ ਹੈਗੇ, ਉਹ ਆਪਣੇ ਰਸਤੇ ਤੇ ਜਿਹੜੇ ਹੈਗੇ ਭਗਤੀ ਮਾਰਗ ਤੇ ਵਿਚਲਿਤ ਨਹੀਂ ਹੁੰਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਕਬੀਰ ਸੰਤ ਨਾ ਛਾੜੇ ਸੰਤ ਹੀ, ਉਹ ਚੰਗਿਆਈ ਨਹੀਂ ਛੱਡਦੇ। ਹਾਂ ਭਾਵੇਂ ਇੱਥੇ ਹੁਣ ਠੱਗ ਇੱਥੇ ਲਾਗੇ ਬੰਨੇ ਸਾਡੇ ਲਾਗੇ ਕੋਠੀਆਂ ਪਾਈਆਂ ਹੁਣ 40-50 ਨਿਜਰ ਸਾਹਿਬ, ਇੱਕ ਇੱਥੇ ਬੈਠਾ ਮਾਤੜ ਸਾਈਂ, ਉਹ ਕਹਿੰਦੇ ਆ ਕਿ ਨਹੀਂ, ਉਹਦਾ ਆਤਮ ਗਿਆਨੀ ਹੈ ਨਾ, ਉਹਨੂੰ ਆਪਣੇ ਜੀਵਨ ਦੀ ਜਿਹੜੀ ਚੰਗਿਆਈ ਆ ਉਹਦਾ ਤਿਆਗ ਨਹੀਂ ਕਰਨਾ ਚਾਹੀਦਾ, ਉਹ ਨਾ ਹੀ ਉਹਨੇ ਛੱਡਣੀ ਹੈ। ਕਿਉਂ ਨਹੀਂ ਛੱਡਣੀ? ਆਪ ਸੋਚਦੇ ਜੋ ਉਦੋਂ ਕਿੰਨੀਆਂ ਆਫਰ ਆਉਂਦੀਆਂ ਸੀ ਵੀ ਏਦਾਂ ਕਰੋ, ਸਾਡੇ ਨਾਲ ਰਲ ਜਾਓ, ਏਦਾਂ ਕਰ ਲਈਏ, ਏਦਾਂ ਕਰ ਲਈਏ, ਪਰ ਨਹੀਂ, ਉਹਨਾਂ ਨੇ ਆਪਣਾ ਸੀਸ ਦੇਣਾ ਮਨਜ਼ੂਰ ਕੀਤਾ ਹੈ, ਪਰ ਉਹਨਾਂ ਦੀ ਉਹ ਚੀਜ਼ ਨੂੰ ਅਸੈਪਟ ਨਹੀਂ ਕੀਤਾ, ਕਿਉਂਕਿ ਉਹ ਬਹੁਤ ਦੂਰ ਤੱਕ ਦੇਖਦੇ ਨੇ ਕਿ ਇਹ ਜੇਕਰ ਇਹ ਝੂਠੇ ਬੰਦੇ ਦਾ ਹੀ ਸੰਗ ਕਰਾਂਗੇ ਤੇ ਸਾਡੇ ਤੇ ਜਿਹੜੇ ਚੰਗੇ ਕਰਮ ਨਸ਼ਟ ਹੋ ਜਾਣੇ ਆ।
ਤੇ ਆਪਾਂ ਵੀ ਇਸ ਤਰ੍ਹਾਂ ਦਾ ਜੀਵਨ ਪ੍ਰਾਪਤ ਕਰਨਾ ਹੈ ਕਿ ਆਪਾਂ ਆਪਣੀ ਚੰਗਿਆਈ ਨਹੀਂ ਛੱਡਣੀ। ਇੱਕ ਬੰਦਾ ਜੇ ਗਲਤ ਕੰਮ ਕਰਦਾ ਹੈ ਤੇ ਇਹਦਾ ਮਤਲਬ ਇਹ ਥੋੜੀ ਕਿ ਅਸੀਂ ਉਹਦੇ ਲਈ ਵੇਖ ਕੇ ਤੇ ਅਸੀਂ ਵੀ ਉਹ ਕੰਮ ਕਰਨਾ ਸ਼ੁਰੂ ਕਰ ਦਈਏ। ਅੱਛਾ ਸਾਹਿਬ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ ਜੀ। ਇਹਦਾ ਮਤਲਬ ਹੈ ਕਿ ਜੇ ਕੋਈ ਦੂਜਾ ਬੰਦਾ ਤੁਹਾਡੀ ਚੁਗਲੀ ਕਰਦਾ ਹੈ ਤੇ ਤੁਸੀਂ ਵੀ ਚੁਗਲੀ ਕਰੋਗੇ। ਹੁਣ ਇਹਦਾ ਮਤਲਬ ਇਹ ਹੈ ਕਿ ਦੂਜਾ ਬੰਦਾ ਤੁਹਾਡੇ ਨਾਲ ਧੋਖਾ ਕਰਨ ਦਿਆ ਤੇ ਤੁਸੀਂ ਹੁਣ ਧੋਖਾ ਕਰਨਾ ਸ਼ੁਰੂ ਕਰ ਦੋਗੇ। ਇੱਕ ਬੰਦਾ ਬੇਈਮਾਨ ਹੋ ਗਿਆ, ਤੁਸੀਂ ਵੀ ਬੇਈਮਾਨ ਹੋ ਜਾਓਗੇ। ਇਹੋ ਹੀ ਮਤਲਬ ਆ ਕਿ ਸੰਤ ਆਪਣੀ ਚੰਗਿਆਈ ਨਹੀਂ ਛੱਡਦਾ। ਉਹ ਸੰਤ ਦਾ ਮਤਲਬ ਜਿਹੜਾ ਬੰਦਾ ਚੰਗਿਆਈ ਦੇ ਕੱਪੜੇ ਪਾਏ ਨੇ, ਉਹਨੇ ਬੰਦਗੀ ਕਰਨ ਵਾਲਾ ਬੰਦਾ, ਜਿਹਨੇ ਆਪਣੀ ਚੰਗਿਆਈ ਆ। ਮਤਲਬ ਹੁਣ ਮੇਰੇ ਨਾਲ ਕੋਈ ਮਾੜਾ ਕਰ ਗਿਆ, ਹੁਣ ਮੇਰੇ ਨਾਲ ਠੱਗੀ ਮਾਰ ਗਿਆ ਤੇ ਮੰਨ ਲਓ ਮੈਂ ਵੀ ਠੱਗੀ ਮਾਰਨੀ ਸ਼ੁਰੂ ਕਰਦਾ। ਹੁਣ ਇਹ ਕਹਿਣ ਤੋਂ ਭਾਵ ਇਹ ਆ ਕਿ ਤੁਸੀਂ ਜਦੋਂ ਸਾਡੇ ਜੀਵਨ 'ਚ ਧਰਮ ਆ ਜਾਂਦਾ, ਚੰਗਿਆਈ ਆ ਜਾਂਦੀ ਹੈ, ਤੇ ਉਹ ਚੰਗਿਆਈ ਬੜੀ ਮਹਿੰਗੀ ਆ ਕਿਉਂਕਿ ਉਹਦੀ ਕੀਮਤ ਪੇ ਕੀਤੀ ਆ ਆਪਾਂ, ਫਰੀ 'ਚ ਤੇ ਮਿਲੀ ਨਹੀਂ ਉਹ। ਕਿਉਂਕਿ ਦੇਖੋ ਕੋਈ ਵੀ ਚੀਜ਼ ਹੈ, ਇੱਥੋਂ ਤੱਕ ਪਰਮਾਤਮਾ ਵੀ ਆ ਉਸੇ ਬੰਦੇ ਨੂੰ ਮਿਲਣਾ ਹੈ ਜਿੰਨੇ ਘਾਲਣਾ ਘਾਲਣੀ, ਔਰ ਉਹ ਔਖਾ ਕੰਮ ਹੈ, ਆਸਾਨ ਤੇ ਬਿਲਕੁਲ ਨਹੀਂ। ਹਾਂਜੀ ਨਿਜਾ ਸਾਹਿਬ, ਇੱਕ ਹੋਰ ਲੈ ਲਿਆ ਗੌਰਕੀ ਸਾਹਿਬ, ਆਖਰੀ ਅੱਜ ਦਾ। ਕਬੀਰ ਮਨ ਸੀਤਲ ਪਿਆ ਪਾਇਆ ਬ੍ਰਹਮ ਗਿਆਨ। ਹਾਲੋ ਕਬੀਰ ਜੀ ਕਹਿੰਦੇ ਆ ਮਨ ਮੇਰਾ ਇੱਕਦਮ ਠੰਡਾ ਹੋ ਗਿਆ, ਕਹਿੰਦੇ ਸ਼ਾਂਤੀ ਆ ਗਈ ਮਨ ਦੇ ਵਿੱਚ, ਐਸਾ ਮੇਰੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੋ ਗਿਆ, ਮੈਂ ਪਾਇਆ ਬ੍ਰਹਮ ਗਿਆਨ ਪਾ ਲਿਆ। ਕਬੀਰ ਮਨ ਸੀਤਲ ਪਿਆ ਪਾਇਆ ਬ੍ਰਹਮ ਗਿਆਨ। ਇਹ ਬ੍ਰਹਮ ਗਿਆਨ ਜਿਹੜਾ ਹੈਗਾ ਇਹ ਆਪਾਂ ਘਾਲਣਾ ਕਰਾਂਗੇ ਤਾਂ ਇਹ ਬ੍ਰਹਮ ਗਿਆਨ ਮਿਲਣਾ ਹੈ ਭਾਈ। ਇਹ ਪ੍ਰੈਕਟੀਕਲ ਕਰਨ ਦੇ ਨਾਲ, ਧਿਆਨ ਸਿਮਰਨ ਕਰਨ ਦੇ ਨਾਲ ਇਹ ਬ੍ਰਹਮ ਗਿਆਨ ਮਿਲਣਾ ਹੈ। ਆ ਲਾਜ਼ਮੀ ਹੈਗਾ ਜਿਹੜਾ ਹੈਗਾ ਇਹ ਮਨ ਠੰਡਾ ਹੋਣਾ, ਮਨ ਦੇ ਵਿੱਚ ਠੰਡਕ ਸ਼ਾਂਤੀ ਜਿਹੜੀ ਹੈਗੀ, ਮਨ ਦੇ ਵਿੱਚ ਖੁਸ਼ੀ ਇਹ ਆਉਣੀ ਲਾਜ਼ਮੀ ਹੈਗੀ, ਯਾਤਰਾ ਦੇ ਵਿੱਚ ਹੀ ਆਉਣੀ ਲਾਜ਼ਮੀ ਹੈਗੀ। ਜਦ ਆਪਾਂ ਦਵਾਈ ਖਾਣੀ ਸ਼ੁਰੂ ਕਰਤੀ ਉਹਨੇ ਤਾਂ ਅਸਰ ਕਰਨਾ ਹੀ, ਪਹਿਲੇ ਦਿਨ ਤੋਂ ਅਸਰ ਕਰਨਾ ਹੈ। ਨਹੀਂ ਆਪਾਂ ਨੂੰ ਪਤਾ ਲੱਗਿਆ, ਥੋੜੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜੂਗਾ, ਦੂਸਰੇ ਆਪਣੇ ਆਪ ਦੱਸ ਦੇਣਗੇ। ਕਬੀਰ ਮਨ ਸੀਤਲ ਪਿਆ ਪਾਇਆ ਬ੍ਰਹਮ ਗਿਆਨ, ਜਿਨੇ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਕਹਿੰਦੇ ਕਮਾਲ ਆ, ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਅੱਗ ਜਿਹੜੀ ਹੈਗੀ ਆ, ਪਦਾਰਥਾਂ ਦੀ ਅੱਗ ਜਿਹੜੀ ਹੈਗੀ ਦੁਨੀਆ ਨੂੰ, ਆਤਮਿਕ ਜੀਵਨ ਸਾੜੀ ਜਾਂਦੀ ਹੈ, ਲੋਕੀ ਕੁਛ ਵੀ ਨਹੀਂ ਕਰਦੇ ਜਿਹੜੇ ਹੈਗੇ ਆ, ਬਸ ਕਾਰਨਸ਼ੀਲ ਵਧਾਈ ਜਾ ਰਹੇ ਸਾਰਿਆਂ ਦਾ ਜੀਵਨ ਜਿਹੜਾ ਸੜੀ ਜਾ ਰਿਹਾ। ਇਹਦੇ ਵਿੱਚ ਮਨੁੱਖੀ ਸਰੀਰ ਪਾ ਕੇ ਵੀ ਉਹਦੇ ਨਾਲ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਉਹ ਉਸ ਚੀਜ਼ ਨੂੰ ਜਿਹੜੇ ਹੈਗੇ ਆ ਪ੍ਰਾਪਤ ਨਹੀਂ ਕਰ ਪਾਉਂਦੇ, ਉਸ ਅੰਮ੍ਰਿਤ ਨੂੰ। ਉਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹੀ ਸਾਰਾ ਜੱਗ ਜਿਹੜਾ ਸੜੀ ਜਾ ਰਿਹਾ ਹੈ। ਜਿਨੇ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ। ਕਹਿੰਦੇ ਜਿਹੜੇ ਅਭਿਆਸੀ ਹੁੰਦੇ ਆ, ਅਭਿਆਸੀ ਜਿਹੜੇ ਹੈਗੇ, ਬੰਦਗੀ ਕਰਨ ਵਾਲਾ ਹੈਗਾ, ਜਿਹਦਾ ਮਨ ਸੀਤਲ ਹੋ ਗਿਆ, ਜਿਹਨੇ ਆਪਣਾ ਗਿਆਨ ਜਿਹਦੇ ਅੰਦਰ ਪ੍ਰਗਟ ਹੋ ਗਿਆ, ਬ੍ਰਹਮ ਗਿਆਨ, ਕਹਿੰਦੇ ਉਹਦੇ ਵਾਸਤੇ ਜਿਹੜੀ ਇਹ ਤ੍ਰਿਸ਼ਨਾ ਦੀ ਅੱਗ ਹੈਗੀ ਨਾ, ਇਹਨੂੰ ਇਸ ਤਰ੍ਹਾਂ ਹੱਥ ਲਾ ਲੈਂਦੇ ਆ, ਬਿਲਕੁਲ ਠੰਡੀ ਲੱਗਦੀ ਆ, ਬਿਲਕੁਲ ਜਿਵੇਂ ਪਾਣੀ ਨੂੰ ਵਿੱਚ ਹੱਥ ਪਾ ਲਿਆ, ਐਵੇਂ ਜਿਹੜਾ ਦੁਨੀਆ ਦੇ ਵਿੱਚ ਵਿਚਰਦੇ ਆ ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੈਗੀ। ਹਾਂਜੀ ਗੋਰਕੀ ਸਾਹਿਬ। ਠੀਕ ਹੈ ਜੀ। ਉਹ ਕਹਿੰਦੇ ਜਦੋਂ ਬ੍ਰਹਮ ਗਿਆਨ ਮਿਲ ਗਿਆ ਤੇ ਮਨ ਕੀ ਹੋ ਗਿਆ? ਸੀਤਲ ਹੋ ਗਿਆ। ਹਾਂ, ਉਹ ਸੀਤਲ ਤੋਂ ਭਾਵ ਕੋਈ ਠੰਡਾ ਠੰਡਾ ਨਹੀਂ ਹੋਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤੀ। ਬਿਲਕੁਲ ਠੀਕ ਹੈ ਜੀ। ਇਹ ਭਾਸ਼ਾ ਏਦਾਂ ਹੀ ਉਹ ਸਮਝਾਉਂਦੇ ਨੇ। ਸੀਤਲ ਦਾ ਮਤਲਬ ਇਹ ਜਿਹੀਆਂ 5 ਅਗਨ ਲੱਗੀਆਂ ਸਨ, ਇਹ ਸ਼ਾਂਤ ਹੋ ਗਈਆਂ। ਜਿਹੜਾ ਭੋਗ ਸੀ ਉਹਨੂੰ ਤੁਸੀਂ ਯੋਗ ਚ ਕਨਵਰਟ ਕਰਤਾ, ਸੁਰਤੀ ਤੁਹਾਡੀ ਆਤਮਾ ਚ ਚੱਲ ਗਈ ਆ। ਰਾਮਾਨੰਦ ਜੀ ਦਾ ਇਹ ਉਹ ਬੋਲਦਾ, ਮੈਂ ਸ਼ਬਦ ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਏ ਅਪੰਗ। ਮਨ ਸ਼ਾਂਤ ਹੋ ਗਿਆ, ਉਹ ਨਹੀਂ ਭੱਜਦਾ। ਜੇ ਦੂਜੇ ਡੁੱਬਦੇ ਪਏ ਨਾ, ਇਹ ਨਹੀਂ ਕਿ ਹੁਣ ਮੈਂ ਵੀ ਵੇਖ ਕੇ ਡੁੱਬਣਾ ਸ਼ੁਰੂ ਕਰਦਾ। ਕਹਿਣ ਤੋਂ ਭਾਵ ਇਹ ਆਪਣੇ ਸਹਿਜ ਚ ਆ ਗਿਆ, ਰੁਕ ਗਿਆ। ਹੁਣ ਨਹੀਂ ਚਿੱਤ ਚੱਲਦਾ। ਲਾਗੇ ਬਾਗੇ ਬਹੁਤ ਲਾਗੇ ਬੰਨੇ ਰੌਲਾ ਪੈ ਜਾਂਦੇ ਆ, ਲੋਕੀ ਉੱਡੇ ਫਿਰਦੇ ਆ, ਤੇ ਉਹਨਾਂ ਨੂੰ ਵੇਖ ਕੇ ਪ੍ਰਭਾਵਿਤ ਨਹੀਂ ਹੁੰਦਾ। ਉਹ ਗਿਆਨ ਹੋ ਗਿਆ, ਅੰਦਰ ਸਭ ਕੁਝ ਸ਼ਾਂਤ ਹੋ ਗਿਆ।
ਮੰਦਰ ਅੰਦਰ ਜਿਹੜੀ ਤੁਹਾਡੀ ਅੰਦਰ ਦੀ ਕਿਰਿਆ ਜਿਹੜੀ ਆ ਉਹ ਖਤਮ ਹੋ ਗਈ, ਸਟਾਪ। ਜਿੱਦਣ ਇਹ ਸਟਾਪ ਹੋ ਗਿਆ ਤੁਸੀਂ ਸਮਝ ਲਿਓ ਕਿ ਉਦੋਂ ਤੁਹਾਨੂੰ ਬ੍ਰਹਮ ਗਿਆਨ ਹੋ ਗਿਆ। ਇਹ ਨਾ ਜੀ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਆ। ਜਿੱਦਣ ਦੁਨੀਆ ਦੇ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਇਹ ਯੋਗਾ ਜਿਹੜਾ ਹੈਗਾ ਆਪਾਂ ਨੂੰ ਪ੍ਰਭਾਵਿਤ ਨਹੀਂ ਕਰੂਗਾ ਤੇ ਸਮਝ ਲਓ ਬ੍ਰਹਮ ਗਿਆਨ ਹੋ ਗਿਆ ਭਾਈ। ਜਿੱਦਣ ਚਿੱਤ ਰੁਕ ਗਿਆ ਤੁਹਾਡਾ ਮਨ ਠਹਿਰ ਗਿਆ, ਮੇਰੇ ਚਿੱਤ ਨਾ ਚੱਲੇ ਮਨ ਪਿਓ ਪੰਗ। ਬਿਲਕੁਲ ਉਦੋਂ ਸਮਝ ਲਓ ਕਿ ਬ੍ਰਹਮ ਗਿਆਨ ਹੋ ਗਿਆ। ਔਰ ਚਿੱਤ ਨਾ ਚੱਲੇ ਦਾ ਮਤਲਬ ਹੀ ਗੋਰਖੀ ਸਾਹਿਬ, ਚਿੱਤ ਨਾ ਚੱਲੇ ਦਾ ਮਤਲਬ ਹੈ ਉੱਥੇ ਕੋਈ ਡਿਸਪਲੇ ਨਹੀਂ ਆ ਰਿਹਾ ਪਦਾਰਥਾਂ ਦਾ, ਆਕਾਰ ਦਾ, ਦੁਨੀਆ ਦਾ ਕੁਛ ਨਹੀਂ। ਉੱਥੇ ਕੋਈ ਇੱਕ ਵੀ ਜਿਹੜਾ ਵਿਚਾਰ ਨਹੀਂ ਆ ਰਿਹਾ। ਸੁਣ ਹੋ ਗਿਆ। ਟੀਵੀ ਦੀ ਜਿਹੜੀ ਡਿਸਪਲੇ ਆ ਨਾ ਉੱਥੇ ਹੁਣ ਕੋਈ ਪ੍ਰੋਗਰਾਮ ਨਹੀਂ ਚੱਲਦਾ, ਬੰਦ ਹੋ ਗਈ ਹੈ। ਉਹ ਦਾਣੇ ਆ ਰਹੇ ਬੈਠੇ ਕਬੀਰ ਸਾਹਿਬ, ਹੁਣ ਦਾਣੇ ਆ ਰਹੇ। ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਤੇ ਬਿਲਕੁਲ। ਉਹ ਕਹਿੰਦੇ ਮੈਂ ਡਿਸਪਲੇ ਵਿੱਚ ਹੁਣ ਫਿਲਮ ਨਹੀਂ ਬਣ ਦਿੰਦਾ। ਤੇ ਫੇਰ ਕਹਿੰਦੇ ਆ ਕਿੱਦਾਂ ਨਹੀਂ ਬਣੀ, ਕਹਿੰਦਾ ਭਾਵੇਂ ਕੋਟੀ ਅਸਾਧ ਮਿਲਣ ਔਰ ਨਿਤ ਰੰਗ ਪੈਦਾ ਹੁੰਦੀ। ਅਸਾਧ ਦਾ ਮਤਲਬ ਗੰਦੇ ਮੰਦੇ ਲੋਕ, ਬਿਲਕੁਲ ਜਿਨ੍ਹਾਂ ਕੋਲ ਚਿੱਕੜ ਆ, ਤੁਹਾਨੂੰ ਕਹਿੰਦੇ ਆਓ ਤੁਹਾਨੂੰ ਚਿੱਕੜ ਦਈਏ, ਆ ਜਾਓ ਤੁਹਾਨੂੰ ਲੈ ਕੇ ਚੱਲੀਏ। ਤੇ ਮੇਰੇ ਵਰਗਾ 2 ਮਿੰਟ ਚ ਕੱਪੜੇ ਪਾ ਕੇ ਰਾਤ ਨੂੰ 3 ਵਜੇ ਆਵਾਜ਼ ਪਵੇ ਤੁਰ ਪੈਂਦਾ। ਬਿਲਕੁਲ। ਕੱਪੜੇ ਵੀ ਜਿਹੜਾ ਹੈਗਾ ਕਮੀਜ਼ ਵੀ ਰਾਹ ਚ ਹੀ ਪਾਉਂਦਾ ਹੈ। ਤੇ ਉਹ ਚਿੱਕੜ ਉਹ ਕਹਿੰਦੇ ਆਊਟਪੁੱਟ ਉਹ ਚਿੱਕੜ ਮਿਲਣੀ। ਤੇ ਫਿਰ ਉਹ ਕਹਿੰਦੇ ਜਿਹੜਾ ਉਹ ਸੰਤ ਹੈਗਾ ਉਹ ਨਹੀਂ ਜਾਂਦਾ। ਉਹ ਕਹਿੰਦਾ ਮੈਂ ਨਹੀਂ ਜਾਂਦਾ ਭਰਾਵਾ, ਭਾਵੇਂ ਕਰੋੜਾਂ ਮਿਲਣ। ਉਹ ਕਹਿੰਦੇ ਆਫਰਾਂ ਆਉਂਦੀਆਂ ਨੂੰ ਕਿ ਸਾਡੇ ਨਾਲ ਆ, ਇੱਥੇ ਚੱਲੀ ਉੱਥੇ ਚੱਲੀ। ਉਹ ਕਹਿੰਦੇ ਨਾ ਭਾਈ ਮੈਂ ਨਹੀਂ ਜਾਂਦਾ, ਠੀਕ ਹੈ, ਮੈਨੂੰ ਲੋੜ ਨਹੀਂ ਹੈਗੀ। ਠੀਕ ਹੈ, ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ, ਬਹੁਤ ਵਧੀਆ ਜੀ ਗੋਰਖੀ ਸਾਹਿਬ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਮਾਲਕ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਲਿਖਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋਗੇ ਤਾਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਦੇ ਨਿਰੋਗਤਾ ਤੰਦਰੁਸਤੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ ਤੇ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।